ਵਾਹਿਗੁਰੂ ਜੀ। ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਸਰਮ ਅਸਾੜੀ ਜੀਓ। ਆਸਾ ਕਹਾਂ ਸੁਆਨ ਕੋ ਸਿਮਰਤ ਸੁਨਾਏ, ਕਹਾਂ ਸਾਕਤ ਪਹਿ ਹਰ ਗੁਣ ਗਾਏ। ਰਾਮ 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 ਰਮੇ ਰਮ ਰਹੀਐ, ਸਾਕਤ ਸਿਉ ਭੂਲ ਨਹੀਂ ਕਹੀਐ। ਰਹਾਉ ਕਊਆ ਕਹਾਂ ਕਪੂਰ ਚਰਾਏ, ਕਹਾਂ ਵਿਸਿਅਰ ਕੋ ਦੂਧ ਪਿਆਏ। ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਸਾਕਤ ਸਵਾਨ ਸਭ ਕਰੇ ਕਰਾਇਆ, ਜੋ ਤੁਰ ਲਿਖਿਆ ਸੋ ਕਰਮ ਕਮਾਇਆ। ਅੰਮ੍ਰਿਤ ਲੈ ਲੈ ਨੀਵ ਸਿੰਜਾਈ, ਕਹਿਤ ਕਬੀਰ ਉਆਂ ਕੋ ਸਹਿਜ ਨ ਜਾਈ। ਅੰਮ੍ਰਿਤ ਲੈ ਲੈ ਨੀਮ ਸਿੰਜਾਈ, ਅੰਮ੍ਰਿਤ ਲੈ ਲੈ ਨੀਮ ਸਿੰਚਾਈ। ਕਹਿਤ ਕਬੀਰ ਉਹਾਂ ਕੋ ਸਹਿਜ ਨ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ, ਗੁਰੂ ਪਿਆਰੇ ਸਤਸੰਗੀ ਜਨੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਭਗਤਾਂ ਵੱਲੋਂ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ, ਜਿਸ ਦੀ ਲੜੀਵਾਰ ਵਿਚਾਰ ਆਰੰਭ ਕੀਤੀ ਹੈ। ਵਿਚਾਰ ਅਧੀਨ ਅੱਜ ਦਾ ਪਾਵਨ ਸ਼ਬਦ ਆਸਾ ਰਾਗ ਦਾ 20ਵਾਂ ਸ਼ਬਦ ਹੈ ਅਤੇ ਪੰਜ ਪਦਿਆਂ ਦੇ ਸਿਰਲੇਖ ਹੇਠ ਇੱਕ ਤੁਕੇ ਬਾਣੀ ਦਾ ਇਹ ਦੂਜਾ ਸ਼ਬਦ ਹੈ। ਸੋ ਆਓ ਇਸ ਸ਼ਬਦ ਦੇ ਰਾਹੀਂ ਭਗਤ ਕਬੀਰ ਸਾਹਿਬ ਜੀ ਨੇ ਇਹ ਗੱਲ ਸਮਝਾਈ ਕਿ ਹਰੇਕ ਮਨੁੱਖ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਪੁਰਾਣੀ ਲੀਹਾਂ
ਉੱਤੇ ਹੀ ਤੁਰਦਾ ਜਾ ਰਿਹਾ ਹੈ, ਉਹ ਆਪਣੇ ਆਪ ਨੂੰ ਉਹਨਾਂ ਲੀਹਾਂ ਤੋਂ ਦੂਰ ਕਰਕੇ ਅਤੇ ਰੂਹਾਨੀ ਮਾਰਗ ਦਾ ਪਾਂਧੀ ਨਹੀਂ ਬਣਦਾ, ਔਰ ਉਸ ਨੂੰ ਦਿੱਤੀ ਹੋਈ ਸਿੱਖਿਆ ਵੀ ਕਈ ਵਾਰੀ ਕਹਿੰਦੇ ਵਿਅਰਥੀ ਹੀ ਹੈ। ਆਓ ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਇਸ ਸ਼ਬਦ ਦੇ ਰਾਹੀਂ ਵਿਚਾਰ ਸਾਡੇ ਸਮਕਸ਼ ਰੱਖੇ ਹਨ, ਕੁਝ ਉਦਾਹਰਨਾਂ ਦਿੱਤੀਆਂ ਹਨ ਅਤੇ ਸਾਕਤ ਅੱਖਰ ਦੀ ਵਿਆਖਿਆ ਕਰਦਿਆਂ ਸਾਨੂੰ ਸਮਝਾਇਆ ਹੈ। ਸੋ ਸਾਰਿਆਂ ਨੇ ਮਨੋਬਿਰਤੀਆਂ ਇਕਾਗਰ ਕਰਨੀਆਂ ਜੀ। ਪ੍ਰੇਮ ਸਹਿਤ ਗੁਰੂ ਮੰਤਰ ਦੀ ਸਾਧਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਸਭ ਤੋਂ ਪਹਿਲਾ ਅੱਖਰ ਸਮਝਣ ਵਾਲਾ ਹੈ ਕਿ ਸਾਕਤ ਕੀ ਹੈ। ਕਈ ਵਾਰੀ ਅਸੀਂ ਆਮ ਸੁਣਦੇ ਹਾਂ ਕਿ ਫਲਾਣਾ ਇਨਸਾਨ ਬੜਾ ਸਾਕਤ ਹੈ। ਬਾਣੀ ਵਿੱਚ ਵੀ ਇਹ ਅੱਖਰ ਕਈ ਵਾਰੀ ਆਇਆ। ਅਸਲ ਵਿੱਚ ਸਾਕਤ ਅੱਖਰ ਦਾ ਅਰਥ ਹੈ ਰੱਬ ਤੋਂ ਟੁੱਟਾ ਹੋਇਆ ਜੀਵ, ਰੱਬ ਤੋਂ ਟੁੱਟਾ ਹੋਇਆ ਮਨੁੱਖ। ਭਾਵ ਕਿ ਜਿਹੜਾ ਪਰਮੇਸ਼ਰ ਦੀ ਹੋਂਦ ਤੋਂ ਵਾਕਿਫ ਨਹੀਂ ਹੈ, ਪਰਮੇਸ਼ਰ ਦੀ ਹੋਂਦ ਤੋਂ ਵਾਂਝਾ ਹੈ, ਉਹਦੀ ਹੋਂਦ ਮੰਨਣ ਵਾਸਤੇ ਤਿਆਰ ਨਹੀਂ ਹੈ, ਉਸ ਹੋਂਦ ਤੋਂ ਮੁਨਕਰ ਹੈ, ਉਸ ਨੂੰ ਗੁਰਬਾਣੀ ਨੇ ਸਾਕਤ ਆਖਿਆ ਹੈ। ਔਰ ਸਾਨੂੰ ਪ੍ਰੇਰਨਾ ਵੀ ਦਿੱਤੀ ਹੈ ਬਾਣੀ ਦੇ ਰਾਹੀਂ। ਮਹਾਰਾਜ ਕਹਿੰਦੇ ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੋਂ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਾਂ ਕਛ ਲਾਗੈ ਦਾਗ। ਆਖਦੇ ਨੇ ਕਿ ਹੇ ਭਾਈ, ਤੂੰ ਸਾਕਤ ਮਨੁੱਖ ਦਾ ਸੰਗ ਨਾ ਕਰ, ਉਸ ਤੋਂ ਦੂਰ ਹੀ ਰਹਿ। ਤੈਨੂੰ ਕੋਈ ਸਾਕਤ ਦਿਖਾਈ ਦਿੰਦਾ ਹੈ, ਤੈਨੂੰ ਸਮਝ ਆ ਗਈ ਹੈ ਕਿ ਇਹ ਸਾਕਤ ਹੈ, ਪਰਮੇਸ਼ਰ ਨਾਲੋਂ ਟੁੱਟਾ ਹੋਇਆ ਇਨਸਾਨ ਹੈ, ਤਾਂ ਉਸ ਤੋਂ ਦੂਰ ਹੀ ਹੋ ਜਾਈਂ। ਉਸ ਨੂੰ ਦੇਖ ਕੇ ਆਪਣਾ ਰਸਤਾ ਹੀ ਬਦਲ ਨਹੀਂ। ਕਿਉਂਕਿ ਸਾਕਤ ਦਾ ਸੰਗ ਗੁਰਬਾਣੀ ਕਹਿੰਦੀ ਇਸ ਤਰ੍ਹਾਂ ਹੈ, ਜਿਵੇਂ ਕਾਲਖ ਦੇ ਨਾਲ ਭਾਂਡੇ ਸਾਫ਼ ਕਰੀਏ ਤਾਂ ਉਹ ਕਾਲਖ ਆਪਣੇ ਕੱਪੜਿਆਂ ਨੂੰ ਲੱਗ ਜਾਂਦੀ ਹੈ, ਸਰੀਰ ਨੂੰ ਲੱਗ ਜਾਂਦੀ ਹੈ, ਅਤੇ ਉਹ ਬੜੀ ਮੁਸ਼ਕਿਲ ਨਾਲ ਛੁੱਟਦੀ ਹੈ। ਕਿਤੇ ਨਾ ਕਿਤੇ ਦਾਗ ਲੱਗੀ ਜਾਂਦਾ, ਧੱਬਾ ਲੱਗੀ ਜਾਂਦਾ ਹੈ। ਇਸ ਤਰ੍ਹਾਂ ਹੀ ਸਾਕਤ ਮਨੁੱਖ ਦੀ ਸੰਗਤ ਕਰਕੇ ਮਨੁੱਖ ਕਿਤੇ ਨਾ ਕਿਤੇ ਦਾਗੀ ਹੋਈ ਜਾਂਦਾ ਹੈ। ਜਿਸ ਤਰ੍ਹਾਂ ਕਹਿ ਲਵਾਂ, ਬੰਦੇ ਕਈ ਦਿੰਦੇ ਨੇ ਵੀ ਇਹ ਫਲਾਣੇ ਬੰਦੇ ਦੀ ਸੰਗਤ ਕਰਦਾ ਹੈ, ਇਹ ਵੀ ਉਸਦਾ ਹੀ ਸਾਥੀ ਹੈ। ਭਾਵੇਂ ਉਹ ਜਿਤਨਾ ਮਰਜ਼ੀ ਸਤਸੰਗੀ ਹੋਵੇ, ਨਾਮ ਜਪਦਾ ਹੋਵੇ, ਬਾਣੀ ਪੜ੍ਹਦਾ ਹੋਵੇ, ਪਰ ਇੱਕ ਟਾਈਟਲ ਉਸਨੂੰ ਮਿਲ ਹੀ ਜਾਂਦਾ ਹੈ ਵੀ ਇਹ ਸਾਕਤ ਦੇ ਕੋਲ ਬਹਿੰਦਾ ਹੈ, ਇਹ ਵੀ ਸਾਕਤ ਹੀ ਹੈ। ਇਸ ਕਰਕੇ ਪ੍ਰੇਰਨਾ ਕਰ ਰਹੀ ਹੈ ਗੁਰਬਾਣੀ ਕਿ ਸਾਕਤ ਦੀ ਸੰਗਤ ਨਾ ਕਰ, ਸਾਕਤ ਮਨੁੱਖ ਕੋਲ ਨਾ ਬੈਠ। ਕਿਉਂਕਿ ਸਾਕਤ ਨੇ ਕਹਿਣਾ ਹੈ ਕਿ ਰੱਬ ਹੈ ਹੀ ਨਹੀਂ, ਪ੍ਰਭੂ ਦੀ ਹੋਂਦ ਤੋਂ ਮੁਨਕਰ ਹੈ, ਆਪ ਟੁੱਟਿਆ ਹੋਇਆ ਹੈ। ਜਿਹੜਾ ਉਹਦਾ ਸੰਗ ਕਰੇਗਾ ਉਹਨੂੰ ਵੀ ਆਪਣੇ ਬਚਨਾਂ ਰਾਹੀਂ ਤੋੜ ਦੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇੱਕ ਬੜੀ ਪਿਆਰੀ ਵਿਚਾਰ ਸਮਝਾ ਰਹੇ ਹਨ, ਔਰ ਇਹ ਵਿਚਾਰ ਬੜੀ ਸਮਝਣ ਜੈਸੀ ਹੈ। ਜਦੋਂ ਅਸੀਂ ਕਹਿੰਦੇ ਨਾ ਕਿ ਫਲਾਣੇ ਇਨਸਾਨ ਨੂੰ ਕੁਛ ਗਿਆਨ ਦਿਓ, ਉਸ ਨੂੰ ਕੁਛ ਸਮਝਾਓ, ਉਸ ਨੂੰ ਕੋਈ ਬੁੱਧ ਅਤੇ ਕੋਈ ਮਤ ਦਿਓ,
ਕਬੀਰ ਸਾਹਿਬ ਇੱਥੇ ਆਖ ਰਹੇ ਨੇ ਕਿ ਐਸੇ ਸਾਕਤ ਮਨੁੱਖ ਨੂੰ ਕੀ ਮਤ ਦਿਓਗੇ, ਕਿਉਂਕਿ ਸਾਕਤ ਨੇ ਮਤ ਲੈਣੀ ਨਹੀਂ। ਇਸ ਕਰਕੇ ਬੜੇ ਪਿਆਰੇ ਬਚਨ ਆਖੇ। ਸ਼ਬਦ ਦਾ ਕੇਂਦਰੀ ਭਾਵ ਜਿਸ ਤਰ੍ਹਾਂ ਹੀ ਕਹਿ ਰਹੇ ਨੇ, ਰਾਮ 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 ਰਮੇ ਰਮ ਰਹੀਐ, ਸਾਕਤ ਸਿਉ ਭੂਲ ਨਹੀਂ ਕਹੀਐ ਰਹਾਉ। ਆਖਣ ਲੱਗੇ, ਹੇ ਭਾਈ, ਆਪ ਹੀ ਸਦਾ ਰਮੇ ਹੋਏ ਰਾਮ ਦਾ ਸਿਮਰਨ ਕਰਨਾ ਚਾਹੀਦਾ ਹੈ, ਰਾਮ ਰਾਮ ਕਹਿਣਾ ਚਾਹੀਦਾ ਹੈ। ਆਪ ਹੀ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ। ਰਾਮ 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 ਰਮੇ ਰਮ ਕਹੀਐ। ਜਿਹੜਾ ਰਮਿਆ ਹੋਇਆ ਹੈ, ਸਾਰਿਆਂ ਦੇ ਵਿੱਚ ਸਿਮਰਿਆ ਹੋਇਆ ਹੈ, ਉਸ ਸਦਾ ਅਵਿਨਾਸੀ ਪੁਰਖ ਨੂੰ, ਰਮੇ ਹੋਏ ਪਰਮੇਸ਼ਰ ਨੂੰ ਸਦਾ ਸਿਮਰਨਾ ਚਾਹੀਦਾ। ਆਪ ਹੀ ਉਹਦਾ ਸਿਮਰਨ ਕਰਨਾ ਚਾਹੀਦਾ। ਆਪ ਸਿਮਰਨ ਕਰਨਾ ਤੇ ਦੂਜਿਆਂ ਨੂੰ ਸਿਮਰਨ ਕਰਾਉਣਾ ਕਬੀਰ ਸਾਹਿਬ। ਪਰ ਤੁਸੀਂ ਕਹਿ ਰਹੇ ਹੋ ਕਿ ਆਪ ਹੀ ਸਿਮਰਨ ਕਰਨਾ ਚਾਹੀਦਾ ਪਰਮਾਤਮਾ ਦਾ, ਕਿਉਂਕਿ ਸਾਕਤ ਸਿਉ ਭੂਲ ਨਹੀਂ ਕਹੀ ਹੈ। ਕਿਸੇ ਵੀ ਸਾਕਤ ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ, ਭੁੱਲ ਕੇ ਵੀ ਨਹੀਂ ਦੇਣੀ ਚਾਹੀਦੀ। ਇਸ ਤਰ੍ਹਾਂ ਦੇ ਬਚਨ ਕਰ ਰਹੇ ਨੇ ਕਬੀਰ ਸਾਹਿਬ। ਕਿਉਂਕਿ ਮਹਾਰਾਜ ਬਾਣੀ 'ਚ ਵੀ ਲਿਖਦੇ ਨੇ ਕਿ ਮੂਰਖ ਹੈ ਨਾਲ ਨਾ ਲੁਝੀਐ। ਸਾਕਤ ਨੂੰ ਗਿਆਨ ਦੇਣਾ ਉਸ ਮੂਰਖ ਬੰਦੇ ਨਾਲ ਲੁਝਣਾ ਹੀ ਹੈ, ਕਿਉਂਕਿ ਸਾਕਤ ਨੇ ਉਸ ਚੀਜ਼ ਨੂੰ ਕਬੂਲਣਾ ਨਹੀਂ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਦੇ ਵੀ ਕਿਸੇ ਸਾਕਤ ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ। ਸਾਕਤ ਸਿਉ ਭੂਲ ਨਹੀਂ ਕਹੀ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਆਪਣੇ ਵਿਚਾਰ ਰੱਖਦੇ ਨੇ। ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀ ਹੈ। ਕੋਈ ਸੰਤ ਮਿਲਦਾ, ਚੰਗਾ ਬੰਦਾ ਮਿਲਦਾ, ਉਹਦੇ ਨਾਲ ਗੱਲਬਾਤ ਕਰ, ਵਿਚਾਰ ਕਰ। ਪਰ ਕੋਈ ਅਸੰਤ ਮਿਲ ਜਾਂਦਾ ਤੇ ਚੁੱਪ ਹੀ ਕਰ ਜਾਣਾ ਚਾਹੀਦਾ। ਅਸੰਤ ਨਾਲ ਮਿਲ ਕੇ ਵੀ ਤੈਨੂੰ ਕੀ ਲਾਭ ਹੋਏਗਾ। ਔਰ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ, ਜਾਂ ਤਾਂ ਕਹਿਣ ਵਾਲਾ ਐਡਾ ਡਾਢਾ ਹੋਵੇ ਜਿਹੜਾ ਆਪ ਸਾਕਤ ਮਨੁੱਖ ਦੇ ਅਸਰ ਨੂੰ ਨਾ ਕਬੂਲੇ, ਅਤੇ ਜੇ ਆਮ ਬੰਦਾ ਹੈ ਜਦੋਂ ਉਹ ਸਾਕਤ ਮਨੁੱਖ ਨੂੰ ਕਹਿਣ ਜਾਂਦਾ ਤਾਂ ਕਈ ਵਾਰੀ ਉਸ ਦਾ ਪ੍ਰਭਾਵ ਲੈ ਕੇ ਵਾਪਸ ਆ ਜਾਂਦਾ, ਉਸ ਦੀ ਸਿੱਖਿਆ ਲੈ ਕੇ ਆ ਜਾਂਦਾ ਅਤੇ ਆਪ ਸਾਕਤ ਦੇ ਰਸਤੇ 'ਤੇ ਤੁਰ ਪੈਂਦਾ, ਰੱਬ ਨਾਲੋਂ ਆਪ ਟੁੱਟਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖ ਰਹੇ ਨੇ, ਕਦੇ ਵੀ ਕਿਸੇ ਸਾਕਤ ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ। ਭੁੱਲ ਕੇ ਵੀ ਨਹੀਂ ਕਹਿਣਾ ਚਾਹੀਦਾ ਤੂੰ ਸਿਮਰਨ ਕਰਿਆ ਕਰ, ਤੂੰ ਨਾਮ ਜਪਿਆ ਕਰ, ਤੂੰ ਬੰਦਗੀ ਕਰਿਆ ਕਰ। ਉਹ ਤੈਨੂੰ ਹੀ ਕਹੇਗਾ ਤੂੰ ਕੀ ਲੱਭਿਆ ਸਿਮਰਨ ਕਰਕੇ, ਤੈਨੂੰ ਕੀ ਪ੍ਰਾਪਤ ਹੋਇਆ, ਤੂੰ ਕੀ ਹਾਸਲ ਕਰ ਲਿਆ। ਅਤੇ ਜਦੋਂ ਇਸ ਤਰ੍ਹਾਂ ਦੇ ਬਚਨ ਸਿਮਰਨ ਕਰਨ ਵਾਲਾ, ਨਾਮ ਜਪਣ ਵਾਲਾ ਸੁਣਦਾ ਹੈ ਅਤੇ ਉਸਨੂੰ ਕਈ ਵਾਰੀ ਠੇਸ ਪਹੁੰਚਦੀ ਹੈ ਅੰਦਰ ਨੂੰ। ਕਈ ਵਾਰੀ ਗਲਤ ਪ੍ਰਭਾਵ ਮਨੁੱਖ ਕਬੂਲ ਕਰ ਲੈਂਦਾ ਹੈ। ਕਬੀਰ ਸਾਹਿਬ ਤੁਸੀਂ ਕਿਉਂ ਕਹਿ ਰਹੇ ਹੋ ਕਿ ਸਾਕਤ ਨੂੰ ਕਦੀ ਵੀ ਭੁੱਲ ਕੇ ਵੀ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ? ਤੁਸੀਂ ਕਿਉਂ ਇਹ ਗੱਲ ਕਹਿ ਰਹੇ ਹੋ? ਔਰ ਇੱਕ ਵਾਰੀ ਨਹੀਂ, ਇੱਕ ਸ਼ਬਦ ਵਿੱਚ ਨਹੀਂ, ਕਬੀਰ ਸਾਹਿਬ ਜੀ ਨੇ ਬਹੁਤ ਸਾਰੇ ਸ਼ਬਦਾਂ ਵਿੱਚ ਇਸ ਵਿਚਾਰਧਾਰਾ ਨੂੰ ਮਨੁੱਖਤਾ ਦੇ ਸਮਕਸ਼ ਰੱਖਿਆ। ਉਹ ਉਦਾਹਰਨ ਦੇ ਕੇ ਸਮਝਾ ਰਹੇ ਨੇ। ਆਖਣ ਲਗੇ, ਆਸਾ ਕਹਾਂ ਸੁਆਨ ਕੋ ਸਿਮਰਤ ਸੁਨਾਏ, ਕਹਾਂ ਸਾਕਤ ਪੈ ਹਰ ਗੁਣ ਗਾਏ। ਆਖਣ ਲਗੇ ਜਿਵੇਂ ਸੁਆਨ ਕਹਿੰਦੇ ਨੇ ਕੁੱਤੇ ਨੂੰ, ਸਿਮਰਤੀਆਂ ਸੁਣਾਉਣ ਦਾ ਕੋਈ ਲਾਭ ਨਹੀਂ, ਕਿਉਂਕਿ ਕੁੱਤੇ ਨੇ ਸਿਮਰਤੀਆਂ ਦੇ ਗਿਆਨ ਨੂੰ ਹਾਸਲ ਨਹੀਂ ਕਰਨਾ। ਕਹਿੰਦੇ ਫਿਰ ਦੱਸੋ ਸੁਆਨ ਨੂੰ ਸਿਮਰਤੀਆਂ ਸੁਣਾਉਣ ਦਾ ਕੀ ਲਾਭ ਹੈ? ਔਰ ਐਸਾ ਹੀ ਦੱਸ ਰਹੇ ਨੇ ਸਾਕਤ ਨੂੰ, ਜਿਵੇਂ ਕੁੱਤੇ ਨੂੰ ਕੋਈ ਤੁਸੀਂ ਗਿਆਨ ਦਿਓ, ਕੋਈ ਸਿੱਖਿਆ ਦਿਓ, ਉਹ ਤੁਹਾਡੀ ਸਿੱਖਿਆ ਨਹੀਂ ਸੁਣਨ ਲੱਗਿਆ।
ਇਸ ਕਰਕੇ ਕਹਿੰਦੇ ਨੇ ਕਹਾਂ ਸਾਗਤ ਪੈ ਹਰ ਗੁਣ ਗਾਏ। ਤਿਵੇਂ ਸਾਗਤ ਕੋਲ ਪਰਮਾਤਮਾ ਦੇ ਗੁਣ ਗਾਵਿਆਂ ਸਾਗਤ ਉੱਤੇ ਅਸਰ ਨਹੀਂ ਪੈਂਦਾ। ਜਿਵੇਂ ਕੁੱਤੇ ਨੂੰ ਸਿਮਰਤਾਂ ਦੇ ਪਾਠ ਸੁਣਾ ਕੇ ਕੁੱਤਾ ਕੋਈ ਅਸਰ ਕਬੂਲ ਨਹੀਂ ਕਰਦਾ, ਉਹ ਆਪਣੇ ਨੇਚਰ ਨੂੰ ਚੇਂਜ ਨਹੀਂ ਕਰਦਾ। ਮੈਂ ਕੁੱਕਰ ਬਾਰੇ ਇੱਕ ਗਾਥਾ ਪੜ੍ਹ ਰਿਹਾ ਸੀ, ਬੜੀ ਵਧੀਆ ਲੱਗੀ। ਕਹਿੰਦੇ ਇੱਕ ਬੰਦਾ ਸੀ, ਉਹ ਕਹਿੰਦਾ ਮੈਂ ਆਪਣੇ ਨਾਨਕੇ ਜਾਣਾ ਅਤੇ ਘਰ ਵਿੱਚ ਕੁੱਤਾ ਸੀ। ਉਹ ਕਹਿਣ ਲੱਗੇ ਚੱਲ ਮੈਂ ਵੀ ਤੈਨੂੰ ਨਾਨਕੇ ਘੁਮਾ ਕੇ ਲੈ ਕੇ ਆਉਣਾ, ਕਿ ਚਲੋ ਮੈਂ ਤਾਂ ਜਾਣਾ ਅਤੇ ਤੂੰ ਵੀ ਨਾਲ ਚੱਲ, ਤੇਰਾ ਵੀ ਸੈਰ ਸਪਾਟਾ ਹੋ ਜਾਏਗਾ। ਕਹਿੰਦੇ ਜਿਹੜਾ ਘਰ ਦਾ ਮਾਲਕ ਸੀ ਉਸ ਨੂੰ ਲੈ ਗਿਆ ਅਤੇ ਨਾਲ ਆਖਿਆ ਸੈਰ ਕਰਨ ਤੇ ਜਾਏਗਾ, ਪਰ ਉੱਥੇ ਜਾ ਕੇ ਭੋਖਣਾ ਨਹੀਂ ਹੈ ਤੂੰ ਉੱਥੇ ਹਰ ਵੇਲੇ ਭੁੱਖ ਹੀ ਜਾਂਦਾ ਹੈ, ਹਰ ਵੇਲੇ ਭੁੱਖ ਹੀ ਜਾਂਦਾ ਹੈ। ਮੇਰੇ ਨਾਲ ਚੱਲੇਗਾ ਸਹੀ, ਪਰ ਸ਼ਰਤ ਇਹ ਹੋਏਗੀ ਤੈਨੂੰ ਭੋਖਣਾ ਨਹੀਂ ਹੈ। ਕੁੱਤੇ ਨੇ ਇਸ ਵੇਲੇ ਤੇ ਕਬੂਲ ਕਰ ਲਿਆ, ਚਲਾ ਗਿਆ ਨਾਲ। ਜਦੋਂ ਉਸ ਮਾਲਕ ਦੇ ਨਾਨਕੇ ਪਹੁੰਚਿਆ, ਉੱਥੇ ਜਾ ਕੇ ਇਸਨੇ ਕੀ ਕੀਤਾ, ਉਸਦਾ ਮੂੰਹ ਬੰਨ੍ਹ ਦਿੱਤਾ, ਕਿਉਂਕਿ ਉਹਨੂੰ ਪਤਾ ਸੀ ਇਹ ਭੁੱਖੇਗਾ। ਪਰ ਜਿਵੇਂ ਨਾਨਕੇ ਜਾ ਕੇ ਇਸਦੇ ਮਾਲਕ ਦੀ ਟਹਿਲ ਹੋਈ, ਇਸਦੀ ਟਹਿਲ ਵੀ ਉਸ ਤਰ੍ਹਾਂ ਹੀ ਕੀਤੀ ਗਈ। ਜਿਵੇਂ ਨਾਨਕੇ ਦੇ ਵਿੱਚ ਟਹਿਲ ਹੁੰਦੀ ਹੈ ਨਾ ਬੱਚਿਆਂ ਦੀ, ਨਾਨਾ ਘਰ ਜਾਂਦੇ ਨੇ, ਮਾਮਿਆਂ ਕੋਲ ਜਾਂਦੇ ਹਨ, ਬੜੀ ਟਹਿਲ ਸੇਵਾ ਕਰਦੇ ਹਨ। ਇਸਦੀ ਬੜੀ ਟਹਿਲ ਕੀਤੀ ਗਈ। ਖਾਣ ਨੂੰ ਬੰਨ ਸੁਬੰਨੇ ਖਾਣੇ ਦਿੱਤੇ ਗਏ, ਸਭ ਕੁਝ ਦਿੱਤਾ ਗਿਆ। ਜਦੋਂ ਕੁਝ ਦਿਨ ਰਹਿ ਕੇ ਇਹ ਕੂਕਰ, ਇਹ ਕੁੱਤਾ ਵਾਪਸ ਆਇਆ ਅਤੇ ਜਦੋਂ ਦੂਜੇ ਕੁੱਤੇ ਘਰ ਵਿੱਚ ਸੀ, ਉਹਨਾਂ ਨੇ ਪੁੱਛਿਆ ਵੀ ਤੂੰ ਨਾਨਕੇ ਗਿਆ ਸੀ, ਕਿੱਦਾਂ ਰਿਹਾ ਤੇਰਾ? ਤੇਰੀ ਤਾਂ ਉੱਥੇ ਬੜੀ ਟਹਿਲ ਹੋਈ ਹੋਣੀ ਹੈ, ਬੜਾ ਸਤਿਕਾਰ ਹੋਇਆ ਹੋਣਾ, ਕਿਉਂਕਿ ਤੂੰ ਨਾਨਕੇ ਜੋ ਗਿਆ ਸੀ। ਆਖਣ ਲੱਗਾ ਟਹਿਲ ਤਾਂ ਬਹੁਤ ਹੋਈ, ਬੰਨ ਸਬੰਨੇ ਖਾਣੇ ਖਾਧੇ, ਹਰ ਇੱਕ ਚੀਜ਼ ਮਿਲੀ, ਪਰ ਉਸ ਟਹਿਲ ਦਾ ਕੀ ਲਾਭ, ਮੈਨੂੰ ਭੋਖਣ ਨਹੀਂ ਦਿੱਤਾ ਗਿਆ। ਕਹਿੰਦੇ ਉਸ ਟਹਿਲ ਦਾ ਕੀ ਲਾਭ ਹੈ? ਮੇਰੇ ਮੁਖ ਦੇ ਉੱਤੇ ਕਹਿੰਦੇ ਰੱਸੀ ਬੰਨ੍ਹ ਦਿੱਤੀ, ਭੋਖਣ ਤਾਂ ਦਿੱਤਾ ਨਹੀਂ ਗਿਆ, ਅਤੇ ਉਸ ਟਹਿਲ ਦਾ ਵੀ ਕੋਈ ਲਾਭ ਨਹੀਂ, ਕਿਉਂਕਿ ਉਸਦੀ ਆਦਤ ਹੈ, ਉਹ ਆਪਣੀ ਆਦਤ ਨਹੀਂ ਛੱਡ ਸਕਦਾ। ਉਹਦੀ ਇੰਨੀ ਟਹਿਲ ਕਰਨ ਤੋਂ ਬਾਅਦ ਵੀ ਨਾਲ ਦੇ ਕੁੱਤਾ ਨੂੰ ਕਹਿੰਦਾ ਉੱਥੇ ਜਾਣ ਦਾ ਜੀ ਕੋਈ ਲਾਭ ਨਹੀਂ ਹੋਇਆ, ਕਿਉਂਕਿ ਮੈਨੂੰ ਉੱਥੇ ਜਾ ਕੇ ਭੋਖਣ ਨਹੀਂ ਦਿੱਤਾ ਗਿਆ, ਕਿਉਂਕਿ ਕੁੱਤੇ ਦਾ ਕੰਮ ਹੈ ਭੋਖਣਾ। ਇਹ ਭੁੱਖ ਹੀ ਜਾਂਦਾ ਹੈ। ਤੁਸੀਂ ਕਈ ਵਾਰੀ ਵੇਖੋ ਨਾ, ਗਲੀ 'ਚ ਲੰਘ ਰਹੇ ਹੋ, ਤੁਹਾਡੀ ਜਾਨ ਨਹੀਂ, ਪਹਿਚਾਣ ਨਹੀਂ, ਕੁੱਤਾ ਫਿਰ ਵੀ ਭੋਖ ਰਿਹਾ, ਕੋਈ ਸੰਬੰਧ ਨਹੀਂ। ਔਰ ਇੱਕ ਕੁੱਤਾ ਦੂਜੇ ਕੁੱਤੇ ਨੂੰ ਦੇਖ ਕੇ ਭੌਂਕਦਾ ਹੈ। ਇਸ ਤਰ੍ਹਾਂ ਸਾਗਤ ਮਨੁੱਖ ਦਾ ਸੁਭਾਅ ਹੈ, ਉਹ ਵੀ ਇਸ ਤਰ੍ਹਾਂ ਜਿਵੇਂ ਕੁੱਤਾ ਦੂਜੇ ਕੁੱਤੇ ਨਾਲ ਵੈਰ ਰੱਖਦਾ ਹੈ, ਸਾਗਤ ਵੀ ਰੱਬ ਨਾਲੋਂ ਟੁੱਟਾ ਮਨੁੱਖ ਵੀ ਦੂਜੇ ਮਨੁੱਖ ਨਾਲ ਵੈਰ ਰੱਖਦਾ ਹੈ। ਵੈਰ ਤਾਂ ਗੁਰਮੁਖ ਬਣ ਕੇ ਹੀ ਖਤਮ ਹੋ ਸਕਦਾ ਹੈ, ਜਦੋਂ ਕੋਈ ਗੁਰਮੁਖ ਬਣ ਜਾਂਦਾ ਹੈ, ਪਰ ਜਦੋਂ ਤੱਕ ਮਨੁੱਖ ਸਾਗਤ ਹੈ, ਰੱਬ ਨਾਲੋਂ ਟੁੱਟਿਆ ਹੋਇਆ ਹੈ, ਉਹ ਸਾਰਿਆਂ ਨਾਲ ਵੈਰ ਹੀ ਰੱਖਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖ ਰਹੇ ਨੇ, ਜਿਵੇਂ ਸਾਗਤ ਮਨੁੱਖ ਨੂੰ ਸਿੱਖਿਆ ਦੇਣ ਦਾ, ਰੱਬੀ ਗੁਣ ਗਾਉਣ ਦਾ ਉਸਦੇ ਕੋਲ ਕੋਈ ਅਸਰ ਨਹੀਂ, ਜਿਵੇਂ ਕੁੱਤੇ ਨੂੰ ਸਿਮਰਤੀਆਂ ਸੁਣਾਉਣ ਦਾ ਕੋਈ ਲਾਭ ਨਹੀਂ, ਇਸ ਤਰ੍ਹਾਂ ਹੀ ਸਾਗਤ ਨੂੰ ਪਰਮਾਤਮਾ ਦੇ ਸਿਮਰਨ ਦੀ ਗੱਲ ਕਰਨ ਦਾ, ਪਰਮਾਤਮਾ ਦੇ ਗੁਣ ਗਾਉਣ ਨਾਲ ਸਾਗਤ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ, ਉਹ ਅਸਰ ਨਹੀਂ ਕਬੂਲਦਾ। ਇਸ ਕਰਕੇ ਕੀ ਲਾਭ ਹੈ? ਕਿਉਂਕਿ ਸਾਗਤ ਨੇ ਆਪਣੇ ਸੁਭਾਅ ਨੂੰ ਚੇਂਜ ਨਹੀਂ ਕਰਨਾ, ਸਾਗਤ ਨੇ ਆਪਣੀ ਮਨਮਾਨੀ ਨੂੰ ਛੱਡਣਾ ਨਹੀਂ, ਮਨ ਮਰਜ਼ੀ ਦੇ ਮੁਤਾਬਿਕ ਹੀ ਰਹਿਣਾ। ਫਿਰ ਉਸ ਸਿੱਖਿਆ ਦੇਣ ਦਾ ਵੀ ਕੀ ਲਾਭ ਹੈ? ਭਗਤ ਕਬੀਰ ਸਾਹਿਬ ਜੀ ਇਹ ਕਹਿਣਾ ਚਾਹੁੰਦੇ ਹਨ ਵੀ ਜੇ ਉਹਨੇ ਚੇਂਜ ਹੀ ਨਹੀਂ ਹੋਣਾ, ਬਦਲਣਾ ਹੀ ਨਹੀਂ, ਆਪਣੇ ਆਪ ਨੂੰ ਉਹਨਾਂ ਚੀਜ਼ਾਂ 'ਚੋਂ ਬਚਾਉਣਾ ਹੀ ਨਹੀਂ ਜਿਨ੍ਹਾਂ ਚੀਜ਼ਾਂ 'ਚ ਗਲਤਾਨ ਹੈ, ਜਿਸ ਰੱਬ ਨਾਲੋਂ ਟੁੱਟਿਆ ਹੋਇਆ ਉਸ ਨਾਲ ਜੁੜਨ ਵਾਸਤੇ ਉਹ ਤਿਆਰ ਹੀ ਨਹੀਂ ਹੁੰਦਾ, ਅਤੇ ਉਸਦੇ ਕੋਲ ਜਾ ਕੇ ਕਹਿਣ ਲੱਗੇ ਕਹਾਂ ਸਾਗਤ ਪੈ ਹਰ ਗੁਣ ਗਾਏ, ਅਤੇ ਤਿਵੇਂ ਸਾਗਤ ਕੋਲ ਪਰਮਾਤਮਾ ਦੇ ਗੁਣ ਗਾਵਿਆਂ ਸਾਗਤ ਉੱਤੇ ਅਸਰ ਨਹੀਂ ਪੈਂਦਾ, ਅਤੇ ਕੀ ਲਾਭ ਹੈ?
ਜਿਵੇਂ ਕੁੱਤੇ ਨੂੰ ਸਿਮਰਤੀਆਂ ਦਾ ਪਾਠ ਸੁਣਾ ਕੇ ਗਿਆਨ ਦੇ ਕੇ ਕੋਈ ਲਾਭ ਨਹੀਂ, ਕਿਉਂਕਿ ਕੁੱਤੇ ਨੇ ਮਾਲਕ ਦੇ ਗਿਆਨ ਨੂੰ ਨਹੀਂ ਮੰਨਣਾ। ਉਹਨੇ ਭੋਗਣਾ ਤੇ ਭੋਗਣਾ ਹੀ ਹੈ, ਉਹਨੇ ਮਨਮਰਜ਼ੀ ਕਰਨੀ ਹੈ ਤੇ ਕਰਨੀ ਹੈ, ਉਸਨੇ ਵੱਢਣਾ ਤੇ ਵੱਢਣਾ ਹੀ ਹੈ। ਇੱਕ ਵਾਰੀ ਸੇਖ ਸਾਦੀ ਜੀ ਲਿਖਦੇ ਹੈ, ਕਹਿੰਦੇ ਸਗੇ ਪਾਏ ਸਹਿ ਰਾਏ ਨਸੀਨੇ ਗਜ਼ੰਦ व ਖਸਮੇ ਕੇ ਖੂਨ ਕੇ ਦੰਦਾ ਚ ਕੰਦ। ਕਹਿੰਦੇ ਇੱਕ ਦਿਨ ਸੇਖ ਸਾਦੀ ਲਿਖਦੇ ਕਿ ਇੱਕ ਲੱਕੜਹਾਰਾ ਜੰਗਲ ਵਿੱਚ ਗਿਆ, ਲੱਕੜਾਂ ਵੱਢ ਕੇ ਸਿਰ 'ਤੇ ਭਾਰੀ ਪੰਡ ਬੰਨੀ ਹੋਈ ਸੀ, ਵਾਪਸ ਆ ਰਿਹਾ ਸੀ। ਰਸਤੇ ਵਿੱਚ ਕੁੱਤਾ ਮਿਲਿਆ, ਕੁੱਤੇ ਨੇ ਸੇਖ ਸਾਦੀ ਨੂੰ ਵੱਢ ਲਿਆ, ਖੂਨ ਵਗਣ ਲੱਗ ਪਿਆ। ਹੁਣ ਜਦੋਂ ਲੱਕੜਾਂ ਦੀ ਪੰਡ ਭਾਰੀ ਸੀ, ਕੁੱਤੇ ਨੇ ਵੱਢ ਲਿਆ, ਉਹ ਤਾਂ ਵੱਢ ਕੇ ਚਲਾ ਗਿਆ, ਖੂਨ ਵਗਦਾ ਚਲਾ ਗਿਆ। ਉਹ ਲੱਕੜਹਾਰਾ ਆਪਣੇ ਘਰ ਆ ਗਿਆ। ਘਰ ਦੇ ਵਿੱਚ ਮਾਸੂਮ ਬੱਚੀ ਸੀ। ਉਸਨੇ ਕਿਹਾ, ਪਿਤਾ ਜੀ ਇਹ ਕੀ ਹੋਇਆ? ਤੁਹਾਡੇ ਪੈਰ ਦੇ ਵਿੱਚ ਤਾਂ ਬੜਾ ਖੂਨ ਵਗ ਰਿਹਾ। ਆਖਣ ਲੱਗੇ, ਧੀਏ ਮੈਨੂੰ ਕੁੱਤੇ ਨੇ ਵੱਢ ਲਿਆ। ਹੁਣ ਛੋਟੀ ਸੀ, ਕਹਿਣ ਲੱਗੇ, ਪਿਤਾ ਜੀ ਵੀ ਕੁੱਤੇ ਨੇ ਤੁਹਾਨੂੰ ਵੱਢ ਲਿਆ, ਤੁਹਾਡੇ ਵੀ ਤਾਂ ਦੰਦ ਸਨ, ਤੁਸੀਂ ਕੁੱਤੇ ਨੂੰ ਵੱਢ ਲੈਣਾ ਸੀ। ਵੀ ਜੇ ਕੁੱਤੇ ਨੇ ਤੁਹਾਨੂੰ ਵੱਢਿਆ, ਤੁਸੀਂ ਵੀ ਕੁੱਤੇ ਨੂੰ ਵੱਢ ਲੈਣਾ ਸੀ। ਤਾਂ ਸੇਖ ਸਾਦੀ ਜੀ ਲਿਖਦੇ ਨੇ, ਕਹਿੰਦੇ ਸਗੇ ਪਾਏ ਸਹਿ ਰਾਏ ਨਸੀਨੇ ਗਜ਼ੰਦ व ਖਸਮੇ ਕੇ ਖੂਨ ਦੰਦਾ ਚ ਕੰਦ। ਕਿ ਤੇਜ ਤੁਰਾ ਦੰਦਾ ਨਾ ਬੂਦ, ਕੀ ਪਿਤਾ ਤੇਰੇ ਕੋਲ ਤੇਜ ਦੰਦ ਨਹੀਂ ਸਨ? ਜੇ ਉਸਨੇ ਵੱਢਿਆ ਤੂੰ ਵੀ ਵੱਢ ਲੈਣਾ ਸੀ। ਤੇ ਸੇਖ ਸਾਦੀ ਆਪਣੀ ਬੱਚੀ ਦੇ ਸਿਰ 'ਤੇ ਹੱਥ ਫੇਰ ਕੇ ਕਹਿੰਦੇ ਨੇ, ਵਲਾਏ ਕਮਸ ਨਾ ਦਾਰਦ ਮਰਦਮ ਸਗੀ। ਬੇਟਾ ਮੈਂ ਬੰਦਾ ਹਾਂ, ਬੰਦਿਆਂ ਕੋਲੋਂ ਕੁੱਤੇ ਵਰਗੇ ਕੰਮ ਨਹੀਂ ਹੁੰਦੇ। ਕੁੱਤਾ ਵੱਢ ਸਕਦਾ ਹੈ, ਪਰ ਜੇ ਮੈਂ ਵੀ ਵੱਢ ਲੈਂਦਾ ਤਾਂ ਉਸਦੇ ਵਿੱਚ ਤੇ ਮੇਰੇ ਵਿੱਚ ਕੀ ਫਰਕ ਸੀ? ਕੁੱਤਾ ਵੱਢ ਸਕਦਾ ਅਤੇ ਜੇ ਮੈਂ ਵੀ ਵੱਢ ਲੈਂਦਾ ਤਾਂ ਇੱਕ ਦੱਸ ਮੇਰੇ ਵਿੱਚ ਅਤੇ ਉਸਦੇ ਵਿੱਚ ਕੀ ਫਰਕ ਸੀ? ਸਾਕਤ ਵੱਢ ਸਕਦਾ ਹੈ। ਸਾਕਤ ਦਾ ਸੁਭਾਅ ਕੁੱਤੇ ਦੀ ਨਿਆਈ ਹੈ। ਇਸ ਕਰਕੇ ਸਾਕਤ ਨੂੰ ਗੁਣ ਗਾ ਕੇ ਸੁਣਾਉਣ ਦਾ ਜਾਂ ਸਾਕਤ ਨੂੰ ਰੱਬੀ ਗੱਲ ਕਰਨ ਦਾ, ਸਿਮਰਨ ਦੀ ਸਿੱਖਿਆ ਦੇਣ ਦਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੋਈ ਲਾਭ ਨਹੀਂ ਹੈ। ਫਿਰ ਇੱਕ ਹੋਰ ਉਦਾਹਰਨ ਦੇ ਰਹੇ ਨੇ, ਆਖਣ ਲੱਗੇ, ਕਊਆ ਕਹਾਂ ਕਪੂਰ ਚਰਾਏ, ਕਹਾਂ ਵਿਸ਼ੇਅਰ ਕੋ दूध ਪਿਆਏ। ਕਹਿੰਦੇ ਕਾਂ ਨੂੰ ਮੁਸਕ ਕਪੂਰ ਖਵਾਉਣ ਤੋਂ ਕੋਈ ਗੁਣ ਨਹੀਂ ਨਿਕਲਦਾ। ਵੀ ਕੋਈ ਕਪੂਰ ਮੁਸਕ ਦੀਆਂ ਚੀਜ਼ਾਂ ਕਾਂ ਨੂੰ ਖਿਲਾਈਏ, ਉਹਨੂੰ ਖਵਾਉਣ ਦਾ ਕੋਈ ਗੁਣ ਨਹੀਂ ਨਿਕਲਦਾ, ਕਿਉਂਕਿ ਕਾਂ ਦੀ ਗੰਧ ਖਾਣ ਦੀ ਆਦਤ ਨਹੀਂ ਜਾ ਸਕਦੀ। ਉਹਨੇ ਫਿਰ ਗੰਦ ਹੀ ਖਾਣਾ, ਚੁੰਝ ਵਿੱਚ ਗੰਦ ਹੀ ਭਰਨਾ। ਜਿਤਨਾ ਮਰਜ਼ੀ ਤੁਸੀਂ ਉਹਨੂੰ ਕਪੂਰ, ਮੁਸਕ, ਸੁਗੰਧੀਆਂ, ਹੋਰ ਚੀਜ਼ਾਂ ਉਹਨੂੰ ਖਵਾਓ, ਪਰ ਉਸਨੇ ਕਾਂ ਨੇ ਗੰਧ ਵਿੱਚ ਹੀ ਆਪਣੀ ਚੁੰਝ ਮਾਰਨੀ ਹੈ। ਉਸਨੇ ਗੰਧ ਵਿੱਚ ਚੁੰਝ ਮਾਰਨ ਵਾਲੀ ਆਦਤ ਨਹੀਂ ਛੱਡਣੀ। ਇਸ ਕਰਕੇ ਕਹਿੰਦੇ, ਕਊਆ ਕਹਾਂ ਕਪੂਰ ਚਰਾਏ, ਕਹਾਂ ਵਿਸ਼ੇਅਰ ਕੋ दूध ਪਿਆਏ। ਇਸ ਤਰ੍ਹਾਂ ਕਹਿੰਦੇ ਸੱਪ ਨੂੰ ਦੁੱਧ ਪਿਲਾਉਣ ਨਾਲ ਵੀ ਕੋਈ ਫਾਇਦਾ ਨਹੀਂ ਹੋ ਸਕਦਾ। ਇਹ ਸੱਪ ਨੂੰ ਦੁੱਧ ਪਿਲਾਈਏ, ਭਗਤ ਕਬੀਰ ਸਾਹਿਬ ਕਹਿੰਦੇ ਨੇ ਉਸਨੂੰ ਦੁੱਧ ਪਿਲਾਉਣ ਦਾ ਵੀ ਕੋਈ ਲਾਭ ਨਹੀਂ, ਕਿਉਂਕਿ ਉਹ ਡੰਗ ਮਾਰਨੋਂ ਫਿਰ ਵੀ ਨਹੀਂ ਟਲੇਗਾ, ਉਸਨੇ ਫਿਰ ਵੀ ਡੰਗ ਹੀ ਮਾਰਨਾ। ਜਿਹੜਾ ਉਹਨੂੰ ਦੁੱਧ ਪਾਉਂਦਾ ਹੈ ਉਸਨੂੰ ਵੀ ਡੰਗ ਹੀ ਮਾਰਦਾ ਹੈ। ਇਸ ਤਰ੍ਹਾਂ ਹੀ ਕਹਿ ਰਹੇ ਨੇ ਕਿ ਸਾਕਤ ਮਨੁੱਖ ਦਾ ਸੁਭਾਅ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿਹਨਾਂ ਦਾ ਸੁਭਾਅ ਸਾਕਤ ਸੁਭਾਅ ਸੀ, ਉਹਨਾਂ ਨੇ ਸੰਸਾਰ ਦੇ ਵਿੱਚ ਕਿਤਨਾ ਨੁਕਸਾਨ ਕੀਤਾ ਹੈ। ਗੁਰੂ ਨੇ ਉਹਨਾਂ ਦਾ ਭਲਾ ਕੀਤਾ। ਜਿਵੇਂ ਕਿ ਇੱਕ ਉਦਾਹਰਨ ਦਾਂਗਾ ਕਿ ਇੱਕ ਪੈਂਦੇ ਖਾਂ 6ਵੇਂ ਪਾਤਸ਼ਾਹ ਵੇਲੇ ਹੋਇਆ। ਇਹ ਬਚਪਨ ਦੇ ਵਿੱਚ ਅਨਾਥ ਹੋ ਗਿਆ ਸੀ। ਮੁਸਲਮਾਨਾਂ ਦਾ ਲੜਕਾ ਸੀ, ਮੰਮੀ ਡੈਡੀ ਅਕਾਲ ਚਲਾਣਾ ਕਰ ਗਏ ਸਨ। ਅਨਾਥ ਸੀ, ਕੋਈ ਸਹਾਰਾ ਨਹੀਂ ਸੀ ਦਿੰਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਨੂੰ ਗੁਰੂ ਘਰ ਦੇ ਵਿੱਚ ਪਨਾਹ ਦਿੱਤੀ, ਸਹਾਰਾ ਦਿੱਤਾ, ਪਾਲਿਆ ਪੋਸਿਆ, ਵੱਡਾ ਕੀਤਾ, ਟ੍ਰੇਨਿੰਗ ਦਿੱਤੀ, ਤਿਆਰ ਕੀਤਾ।
ਜਦੋਂ ਇਹ ਤਿਆਰ ਹੋ ਗਿਆ, ਸਾਰੀ ਜੰਗ ਜੋ ਵਿਦਿਆ ਸਿਖਾਈ ਮਹਾਰਾਜ ਜੀ ਨੇ, ਪੈਂਦੇ ਖਾਨ ਨੂੰ ਅਹੰਕਾਰ ਹੋ ਗਿਆ ਕਿ ਗੁਰੂ ਮਹਾਰਾਜ ਦੇ ਉੱਤੇ ਜਿਹੜੇ ਪਹਿਲੇ 3 ਹਮਲੇ ਹੋਏ, ਲੋਕ ਚੜ੍ਹ ਕੇ ਆ ਗਏ ਅਤੇ ਮੁਕਾਬਲਾ ਕੀਤਾ, ਜੰਗ ਹੋਈ, ਉਸ ਜੰਗ ਦੇ ਵਿੱਚ ਜਿੱਤੇ ਨੇ ਅਤੇ ਮੇਰੇ ਕਰਕੇ ਜਿੱਤੇ ਨੇ। ਇਹਨੂੰ ਭੁਲੇਖਾ ਪੈਦਾ ਹੋ ਗਿਆ। ਚੌਥੀ ਜੰਗ ਜਦੋਂ ਕਰਤਾਰਪੁਰ ਸਾਹਿਬ ਮਹਾਰਾਜ ਦੇ ਉੱਤੇ ਚੜ੍ਹ ਕੇ ਆ ਗਏ, ਇੱਕ ਤਾਂ ਦਾਸ ਬੇਨਤੀ ਕਰੇ ਤੁਹਾਡੇ ਨਾਲ, ਜਦੋਂ ਇਹ ਇਤਿਹਾਸ ਅਸੀਂ ਸੁਣਦੇ ਹਾਂ ਅਤੇ ਆਪਾਂ ਇਹ ਅਕਸਰ ਆਖਰਕਾਰ ਅੱਖਰ ਵਰਤਦੇ ਹਾਂ ਕਿ ਗੁਰੂ ਸਾਹਿਬ ਨੇ 4 ਜੰਗ ਕੀਤੇ। ਗੁਰੂ ਸਾਹਿਬ ਨੇ ਇੱਕ ਵੀ ਜੰਗ ਨਹੀਂ ਕੀਤਾ। ਗੁਰੂ ਸਾਹਿਬ ਨੇ ਜਿਹੜੇ ਲੋਕ ਚੜ੍ਹ ਕੇ ਆ ਗਏ ਸਨ ਉਹਨਾਂ ਦਾ ਮੁਕਾਬਲਾ ਕੀਤਾ। ਜੰਗ ਹੁੰਦਾ ਜਿੱਥੇ ਮਹਾਰਾਜ ਕਰਨ ਵਾਸਤੇ ਜਾਣ, ਇਹਦੇ ਉੱਤੇ ਚੜ੍ਹ ਕੇ ਜਾਣ। ਗੁਰੂ ਸਾਹਿਬ ਕਿਸੇ ਥਾਂ 'ਤੇ ਚੜ੍ਹ ਕੇ ਨਹੀਂ ਗਏ। ਇਹ ਜਿਹੜੇ ਲਫ਼ਜ਼ ਨੇ ਸਾਡੇ ਗਲਤ ਨੇ ਵੀ ਗੁਰੂ ਸਾਹਿਬ ਨੇ 4 ਜੰਗਾਂ ਕੀਤੀਆਂ। ਜੰਗਾਂ ਨੇ ਗੁਰੂ ਸਾਹਿਬ ਦੇ ਉੱਤੇ 4 ਵਾਰੀ ਹਮਲੇ ਹੋਏ, ਉਹਨਾਂ ਹਮਲਿਆਂ ਦਾ ਮੁਕਾਬਲਾ ਕੀਤਾ। ਉਸ ਜੰਗ ਵਿੱਚ ਫਿਰ ਜਦੋਂ ਹਮਲੇ ਦੇ ਵਿੱਚ ਮੁਕਾਬਲੇ ਵਿੱਚ ਫਤਿਹ ਪ੍ਰਾਪਤ ਕੀਤੀ ਹੈ। ਹੁਣ ਕਰਤਾਰਪੁਰ ਸਾਹਿਬ ਜਦੋਂ ਮਹਾਰਾਜ ਪਹੁੰਚਦੇ ਨੇ ਹਰਗੋਬਿੰਦ ਸਾਹਿਬ, ਅਤੇ ਇਹ ਪੈਂਦੇ ਖਾਂ ਜਿਹੜਾ ਹੈ ਉਹ ਹੁਣ ਚੜ੍ਹ ਕੇ ਆ ਜਾਂਦਾ ਹੈ, ਗੁਰੂ ਸਾਹਿਬ ਜੀ ਦਾ ਮੁਕਾਬਲਾ ਕਰਦਾ ਹੈ। ਇਹਨੂੰ ਇਹ ਲੱਗਦਾ ਸੀ ਵੀ ਪਹਿਲੇ ਜਿਹੜੇ 3 ਜਿਹੜੇ ਮੁਕਾਬਲੇ ਕੀਤੇ ਨੇ ਗੁਰੂ ਸਾਹਿਬ ਦੇ ਉੱਤੇ, ਜਿਹੜੇ ਅਚਨਚੇਤ ਵਾਰ ਹੋਏ ਸਨ, ਲੋਕ ਚੜ੍ਹ ਕੇ ਆ ਗਏ ਸਨ ਫੌਜ ਲੈ ਕੇ। ਉਹਨਾਂ ਫੌਜਾਂ ਨੂੰ ਗੁਰੂ ਸਾਹਿਬ ਨੇ ਰੋਕਿਆ ਹੀ ਨਹੀਂ, ਸਗੋਂ ਉਹਨਾਂ ਨੂੰ ਹਰਾ ਕੇ ਭੇਜਿਆ। ਅਤੇ ਇਹ ਸਭ ਮੇਰੇ ਕਰਕੇ ਹੋਇਆ। ਪਿਆਰ ਵਾਲੋ, ਸੱਚ ਜਾਣਨਾ, ਚੌਥੀ ਜੰਗ ਦੇ ਵਿੱਚ ਇਹ ਆਪ ਅੱਗੇ ਆ ਗਿਆ ਅਤੇ ਗੁਰੂ ਸਾਹਿਬ ਜੀ ਨੂੰ ਆ ਕੇ ਵੰਗਾਰਦਾ ਹੈ ਕਿ ਹੁਣ ਮੇਰੇ ਨਾਲ ਮੁਕਾਬਲਾ ਕਰੋ। ਹੁਣ ਮਹਾਰਾਜ ਕਹਿੰਦੇ ਤੈਨੂੰ ਮੈਂ ਪਾਲਿਆ, ਵੱਡਾ ਕੀਤਾ ਹੈ, ਚੂਰੀਆਂ ਖੁਲਾਈਆਂ ਨੇ, ਤੈਨੂੰ ਮੈਂ ਲਾਡਾਂ ਨਾਲ ਪਾਲ ਕੇ ਵੱਡਾ ਕੀਤਾ, ਸਾਰੇ ਹੁਨਰ ਦਿੱਤੇ। ਕਿਉਂਕਿ ਪੈਂਦੇ ਖਾਨ ਵਿੱਚ ਐਸਾ ਹੁਨਰ ਸੀ ਕਿ ਅਸਵਾਰ ਨੂੰ ਘੋੜੇ ਸਮੇਤ ਪਲਟ ਦਿੰਦਾ ਹੁੰਦਾ ਸੀ। ਐਡੀ ਤਾਕਤ ਸੀ ਉਸ ਦੇ ਅੰਦਰ, ਐਡਾ ਬਲਵਾਨ ਯੋਧਾ ਸੀ। ਪਰ ਜਦੋਂ ਮਨੁੱਖ ਰੱਬ ਨਾਲੋਂ ਟੁੱਟ ਜਾਏ, ਹੰਕਾਰ ਬਿਰਤੀ ਬਣ ਜਾਏ, ਸਾਕਤ ਬਿਰਤੀ ਦਾ ਮਾਲਕ ਹੋ ਜਾਏ, ਫਿਰ ਉਹ ਜਿਸ ਨੇ ਸਭ ਕੁਝ ਦਿੱਤਾ ਹੁੰਦਾ ਉਹਨੂੰ ਵੀ ਕੁਛ ਨਹੀਂ ਸਮਝਦਾ। ਇਹਨੇ ਵੰਗਾਰਿਆ। ਸਤਿਗੁਰੂ ਜੀ ਨੇ ਕਿਹਾ ਪੈਂਦੇ ਖਾਂ, ਬਾਅਦ 'ਚ ਪਛਤਾਵਾ ਹੋਣਾ, ਇੱਦਾਂ ਕਰ ਤੂੰ ਪਹਿਲਾਂ ਵਾਰ ਕਰ ਲੈ। ਪਹਿਲਾ ਵਾਰ ਕਰਦਾ ਖਾਲੀ ਚਲਾ ਜਾਂਦਾ, ਦੂਜਾ ਵਾਰ ਕਰਦਾ ਖਾਲੀ ਚਲਾ ਜਾਂਦਾ। ਮਹਾਰਾਜ ਫਿਰ ਕਹਿੰਦੇ ਨੇ ਬਾਅਦ 'ਚ ਪਛਤਾਵਾ ਰਹਿ ਜਾਣਾ, ਇੱਕ ਵਾਰ ਹੋਰ ਕਰ ਲੈ। ਪੈਂਦੇ ਖਾਂ ਨੇ 3 ਵਾਰ ਕੀਤੇ ਸਤਿਗੁਰਾਂ ਦੇ ਉੱਤੇ, ਅਤੇ ਚੌਥਾ ਵਾਰ ਜਦੋਂ ਸਤਿਗੁਰੂ ਜੀ ਨੇ ਕੀਤਾ ਨਾ, ਅਤੇ ਪੈਂਦੇ ਖਾਂ ਇੱਕ ਵਾਰ ਦੇ ਨਾਲ ਹੀ ਮਹਾਰਾਜ ਦੇ ਔਰ ਧਰਤੀ 'ਤੇ ਡਿੱਗ ਗਿਆ ਔਰ ਬੇਹੋਸ਼ ਹੋ ਗਿਆ। ਹੁਣ ਮਰਨ 'ਤੇ ਪਿਆ ਹੋਇਆ। ਗੁਰੂ ਸਾਹਿਬ ਜੀ ਨੇ ਆਪਣੇ ਘੋੜੇ ਤੋਂ ਉਤਰੇ, ਢਾਲ ਦੇ ਨਾਲ ਗਰਮੀ ਬੜੀ ਸੀ ਉਸ ਦੇ ਨਾਲ, ਆਪਣੀ ਢਾਲ ਦੇ ਨਾਲ ਇਸਦੇ ਚਿਹਰੇ 'ਤੇ ਛਾਂ ਕੀਤੀ, ਇਸਦਾ ਸਿਰ ਆਪਣੀ ਗੋਦ ਵਿੱਚ ਰੱਖ ਕੇ ਕਿਹਾ ਕਿ ਆਪਣੇ ਅੱਲਾਹ ਤਾਲਾ ਨੂੰ ਯਾਦ ਕਰ ਲੈ, ਤੇਰਾ ਆਖਰੀ ਵਕਤ ਹੈ। ਅਸੀਂ ਕਿਹਾ ਸੀ ਨਾ ਵੀ ਪਹਿਲਾਂ ਤੂੰ ਵਾਰ ਕਰ ਲੈ, ਨਹੀਂ ਤਾਂ ਪਛਤਾਵਾ ਰਹਿ ਜਾਣਾ ਵੀ ਮੈਂ ਵਾਰ ਨਹੀਂ ਕਰ ਸਕਿਆ, ਮੈਨੂੰ ਮੌਕਾ ਨਹੀਂ ਮਿਲਿਆ। ਗੁਰੂ ਸਾਹਿਬ ਨੇ ਫਿਰ ਇਹਨੂੰ ਉੱਥੇ ਅਹਿਸਾਸ ਕਰਾਇਆ ਕਿ ਤੈਨੂੰ ਭੁਲੇਖਾ ਸੀ, ਗੁਰੂ ਦੀ ਅਜ਼ਮਤ ਨੂੰ ਤੂੰ ਕੀ ਸਮਝਦਾ ਹੈ। ਗੁਰੂ ਫਿਰ ਐਡਾ ਦਿਆਲੂ ਹੈ ਕਿ ਜਿਹੜਾ ਗੁਰੂ ਉੱਤੇ ਚੜ੍ਹ ਕੇ ਆ ਗਿਆ, ਗੁਰੂ ਫਿਰ ਉਸ ਨੂੰ ਆਪਣੀ ਗੋਦ ਵਿੱਚ ਲੈ ਲੈਂਦਾ ਹੈ। ਗੁਰੂ ਫਿਰ ਉਸ ਦੇ ਉੱਤੇ ਛਾਂ ਕਰਦਾ ਹੈ, ਗੁਰੂ ਫਿਰ ਉਸ ਨੂੰ ਲਾਡ ਲਡਾਉਂਦਾ ਹੈ, ਗੁਰੂ ਫਿਰ ਉਸ ਨੂੰ ਧਿਆਨ ਦਿਵਾਉਂਦਾ ਹੈ ਕਿ ਜਿਸ ਅੱਲਾਹ ਤਾਲਾ ਨੇ ਜੀਵਨ ਦਿੱਤਾ ਹੈ ਉਹਨੂੰ ਚੇਤੇ ਕਰ। ਐਵੇਂ ਸਾਕਤ ਬਣ ਕੇ ਰੱਬ ਨਾਲੋਂ ਟੁੱਟ ਕੇ ਇੱਥੋਂ ਜਾਏਗਾ, ਕੋਈ ਲਾਭ ਨਹੀਂ। ਹੁਣ ਵੀ ਉਹਨੂੰ ਯਾਦ ਕਰ ਲੈ ਖੁਦਾ ਨੂੰ। ਅਤੇ ਉਸ ਵੇਲੇ ਪੈਂਦੇ ਖਾਂ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਖੁਦਾ ਤੇ ਤੁਸੀਂ ਹੋ। ਜਦੋਂ ਮਹਾਰਾਜ ਨੇ ਯਾਦ ਦਿਵਾਇਆ ਨਾ ਵੀ ਉਹ ਦਿਨ ਯਾਦ ਕਰ, ਅਤੇ ਇਹਨੂੰ ਅਹਿਸਾਸ ਹੋਇਆ, ਕਹਿਣ ਲੱਗਾ ਤੁਸੀਂ ਮੈਨੂੰ ਅਨਾਥ ਸਾਂ ਪਾਲਿਆ, ਵੱਡਾ ਕੀਤਾ, ਸਾਰੇ ਹੁਨਰ ਦਿੱਤੇ, ਮੈਨੂੰ ਇਹ ਕਲਾ ਦਿੱਤੀ,
ਮੈਨੂੰ ਹੰਕਾਰ ਹੋ ਗਿਆ ਸੀ ਵੀ ਸ਼ਾਇਦ ਮੇਰੇ ਕਰਕੇ ਸਾਰਾ ਕੁਝ ਚੱਲ ਰਿਹਾ। ਹੁਣ ਹੰਕਾਰ ਟੁੱਟਿਆ, ਧਰਤੀ 'ਤੇ ਡਿੱਗਿਆ ਹੋਇਆ, ਮਰਨ ਕਿਨਾਰੇ ਹੈ। ਹੁਣ ਕਹਿੰਦਾ ਸੱਚੇ ਪਾਤਸ਼ਾਹ ਵੀ ਮੇਰੇ ਖੁਦਾ ਤੁਸੀਂ ਹੋ। ਅਤੇ ਮੈਨੂੰ ਲੱਗਿਆ ਵੀ ਖੁਦਾ ਨੇ ਆਪ ਮੈਨੂੰ ਆਪਣੀ ਗੋਦ ਵਿੱਚ ਲੈ ਲਿਆ, ਆਪਣੀ ਗੋਦ ਵਿੱਚ ਲੈ ਲਿਆ। ਅਤੇ ਗੁਰੂ ਸਾਹਿਬ ਦੀ ਗੋਦ ਵਿੱਚ ਇਸਨੇ ਪ੍ਰਾਣ ਤਿਆਗੇ ਸਨ। ਉਹਨੂੰ ਤਾਂ ਸਮਝ ਆ ਗਈ। ਪਰ ਭਗਤ ਕਬੀਰ ਸਾਹਿਬ ਆਖਦੇ ਨੇ ਕਿ ਜਿਹੜਾ ਸਾਗਤ ਮਨੁੱਖ ਹੈ ਉਹ ਛੇਤੀ ਕਰਕੇ ਆਪਣਾ ਸੁਭਾਅ ਚੇਂਜ ਨਹੀਂ ਕਰਦਾ। ਜਿਵੇਂ ਕਾਂ ਨੂੰ ਕਪੂਰ ਖਵਾਉਣ ਨਾਲ ਉਸਨੇ ਗੰਧ ਮਾਰਨ ਦੀ ਆਦਤ ਨੂੰ, ਜਿਹੜਾ ਕਾਂ ਗੰਧ ਵਿੱਚ ਚੁੰਝ ਮਾਰਦਾ ਉਹ ਨਹੀਂ ਛੱਡਦਾ। ਕਹਿੰਦੇ ਦੁੱਧ ਸੱਪ ਨੂੰ ਪਿਲਾਈਏ ਅਤੇ ਸੱਪ ਡੰਗ ਮਾਰਨ ਦੀ ਆਦਤ ਨਹੀਂ ਬਦਲਦਾ। ਇਸ ਤਰ੍ਹਾਂ ਛੇਤੀ ਕਰਕੇ ਸਾਗਤ ਮਨੁੱਖ ਵੀ ਆਪਣੇ ਸੁਭਾਅ ਨੂੰ ਚੇਂਜ ਨਹੀਂ ਕਰਦਾ। ਫਿਰ ਕਹਿਣ ਲੱਗੇ ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਆਖਣ ਲੱਗੇ ਇਹ ਚੰਗੇ ਮੰਦੇ ਕਰਮ ਦੀ ਪਰਖ ਕਰਨ ਵਾਲੀ ਜਿਹੜੀ ਅਕਲ ਹੈ ਨਾ, ਇਹ ਸਾਧ ਸੰਗਤ ਵਿੱਚ ਬੈਠਿਆਂ ਹੀ ਆਉਂਦੀ ਹੈ। ਵੀ ਕਿਹੜਾ ਕੰਮ ਚੰਗਾ ਹੈ, ਕਿਹੜਾ ਕੰਮ ਮੰਦਾ ਹੈ, ਇਹ ਤਾਂ ਸਤਸੰਗਤ ਵਿੱਚ ਆਉਣ ਨਾਲ ਸਾਨੂੰ ਸਮਝ ਆਉਣੀ ਹੈ। ਜਿਹੜੇ ਕਹਿੰਦੇ ਨੇ ਸਾਨੂੰ ਲੋੜ ਨਹੀਂ, ਅਸੀਂ ਤਾਂ ਮਾੜੇ ਕੰਮ ਕਰਦੇ ਹੀ ਨਹੀਂ, ਸਤਸੰਗਤ ਵਿੱਚ ਜਾ ਕੇ ਕੀ ਕਰਨਾ? ਗੁਰੂ ਦੀ ਸੰਗਤ ਤੋਂ ਬਿਨਾਂ, ਗੁਰੂ ਦੇ ਚਰਨਾਂ ਵਿੱਚ ਬੈਠਣ ਤੋਂ ਬਿਨਾਂ ਸਾਨੂੰ ਚੰਗੇ ਅਤੇ ਮੰਦੇ ਕਰਮਾਂ ਦੀ ਪਰਖ ਕਰਨ ਵਾਲੀ ਜਿਹੜੀ ਅਕਲ ਹੁੰਦੀ ਹੈ ਨਾ, ਉਹ ਨਹੀਂ ਆ ਸਕਦੀ। ਇੱਥੇ ਬੈਠ ਕੇ ਸਾਨੂੰ ਉਹ ਅਕਲ ਆਉਣੀ ਹੈ, ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਕਿਉਂਕਿ ਜਿਹੜਾ ਰੂਹਾਨੀ ਮਾਰਗ ਹੈ ਉਹ ਕਿਸੇ ਵੱਖਰੇ ਤਰੀਕੇ ਦਾ ਮਾਰਗ ਹੈ। ਜਦੋਂ ਮੈਂ ਇਸ ਰੂਹਾਨੀਅਤ ਨੂੰ ਅਨੁਭਵ ਕਰਦਾ ਹੈ, ਗੁਰੂ ਮਹਾਰਾਜ ਦੇ ਜੀਵਨ 'ਚੋਂ ਅਸੀਂ ਵੇਖਦੇ ਹਾਂ। ਇੱਕ ਪਾਸੇ ਦੇਖੋ ਗੰਗੂ ਬ੍ਰਾਹਮਣ ਹੈ ਜਿਹੜਾ ਕਹਿ ਰਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਅਤੇ ਮਾਤਾ ਨੇ ਤੇ ਫੜਵਾ ਦਿੰਦਾ ਹੈ। ਦੂਜੇ ਪਾਸੇ ਨਵੇਂ ਖਾਂ ਅਤੇ ਗਣੀ ਖਾਂ ਮੁਸਲਮਾਨ ਨੇ, ਪਰ ਉਹ ਕਹਿੰਦੇ ਨੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ, ਇਹ ਉੱਚਦੇ ਪੀਰ ਨੇ, ਝੂਠ ਬੋਲ ਰਹੇ ਨੇ। ਪਰ ਗੰਗੂ ਬ੍ਰਾਹਮਣ ਦਾ ਉੱਥੇ ਸੱਚ ਬੋਲਣਾ ਲਾਲਚ ਵਸ ਹੈ ਕਿ ਮੋਹਰਾਂ ਮਿਲਣਗੀਆਂ, ਅਤੇ ਨਵੇਂ ਖਾਂ ਅਤੇ ਗਣੀ ਖਾਂ ਦਾ ਇਹ ਝੂਠ ਬੋਲਣਾ ਇਹ ਪਰਉਪਕਾਰ 'ਤੇ ਖਲੋਤਾ ਹੋਇਆ। ਧਰਮ ਵੀ ਕੋਈ ਇੱਕ ਵੱਖਰੀ ਚੀਜ਼ ਹੈ। ਚੰਗੇ ਮੰਦੇ ਦੀ ਪਰਖ ਗੁਰੂ ਦੇ ਦਰ 'ਤੇ ਆ ਕੇ ਸਮਝ ਆਉਂਦੀ ਹੈ। ਕਈ ਵਾਰੀ ਹੋ ਸਕਦਾ ਤੁਹਾਡਾ ਝੂਠ ਬੋਲਿਆ ਕਿਸੇ ਦੀ ਜ਼ਿੰਦਗੀ ਬਣ ਸਕਦੀ ਹੈ। ਕਈ ਵਾਰੀ ਹੋ ਸਕਦਾ ਤੁਹਾਡਾ ਸੱਚ ਬੋਲਿਆ ਕਿਸੇ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ। ਸੱਚ ਵੀ ਕਿੱਦਾਂ ਬੋਲਣਾ, ਇਹ ਗੁਰੂ ਦੇ ਦਰ 'ਤੇ ਆ ਕੇ ਸਾਨੂੰ ਸਿੱਖਣਾ ਪਏਗਾ। ਜਿਹੜੇ ਬੰਦੇ ਕਹਿੰਦੇ ਅਸੀਂ ਤਾਂ ਜੀ 16 ਆਨੇ ਸੱਚ ਬੋਲਦੇ ਹਾਂ, ਉਹਨਾਂ ਦਾ ਸੱਚ ਵੀ ਕਈ ਵਾਰੀ ਹੰਕਾਰ ਬਣ ਜਾਂਦਾ ਹੈ, ਮੈਂ ਬਣ ਜਾਂਦੀ ਹੈ। ਮੰਨ ਲਓ ਕਿ ਜੇ ਕਿਸੇ ਨੂੰ ਇਹ ਕਹਿਣ ਦੇ ਨਾਲ, ਮੇਰੇ ਇਸ ਝੂਠ ਬੋਲਣ ਦੇ ਨਾਲ ਕਿ ਇਸ ਬੱਚੇ ਦੇ ਕੋਲ ਇਤਨਾ ਸਾਰਾ ਨਹੀਂ ਹੈ, ਹੁੰਦਾ ਵੀ ਨਹੀਂ ਕਈ ਵਾਰੀ, ਅਤੇ ਮੇਰੇ ਕਹਿਣ ਨਾਲ ਉਸਦਾ ਐਡਮਿਸ਼ਨ ਹੋ ਜਾਂਦਾ ਹੈ, ਉਹ ਬੱਚਾ ਪੜ੍ਹ ਲਿਖ ਜਾਂਦਾ ਹੈ ਅਤੇ ਉਹਦੀ ਜ਼ਿੰਦਗੀ ਬਣ ਜਾਂਦੀ ਹੈ, ਕੈਰੀਅਰ ਬਣ ਜਾਂਦਾ ਹੈ, ਅਤੇ ਮੇਰਾ ਉਹ ਝੂਠ ਬੋਲਣਾ ਕੋਈ ਮਾੜਾ ਨਹੀਂ ਹੈ। ਪਰ ਮੈਂ ਜੱਜ ਹੋ ਕੇ, ਵਕੀਲ ਹੋ ਕੇ ਝੂਠ ਬੋਲਾਂ ਕਿ ਇਸ ਨੇ ਇਹ ਕੰਮ ਕੀਤਾ, ਉਸਨੇ ਕੀਤਾ ਨਾ ਹੋਵੇ, ਤਾਂ ਉੱਥੇ ਮੇਰਾ ਲਾਲਚ ਅਟਕਿਆ ਹੋਇਆ, ਉਹ ਵੀ ਪ੍ਰਵਾਨ ਨਹੀਂ ਹੈ। ਇਸ ਕਰਕੇ ਧਰਮ ਦੇ ਜਿਹੜੀ ਗੁੰਝਲਾਂ ਨੇ ਉਹਨੂੰ ਸੰਗਤ ਵਿੱਚ ਆ ਕੇ ਸਮਝਿਆ ਜਾ ਸਕਦਾ ਹੈ। ਧਰਮ ਦੀ ਜਿਹੜੀ ਬਰੀਕੀ ਹੈ ਨਾ, ਇਸ ਕਰਕੇ ਭਗਤ ਕਬੀਰ ਸਾਹਿਬ ਆਖ ਰਹੇ ਨੇ ਕਿ ਇਹ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਜਿਹੜੀ ਅਕਲ ਹੈ ਨਾ, ਉਹ ਸਤਸੰਗਤ ਵਿੱਚ ਆ ਕੇ ਹੀ ਪ੍ਰਾਪਤ ਹੁੰਦੀ ਹੈ। ਫਿਰ ਕਹਿਣ ਲੱਗੇ ਪਾਰਸ ਪਰਸ ਲੋਹਾ ਕੰਚਨ ਸੋਈ। ਆਖਣ ਲੱਗੇ ਜਿਵੇਂ ਪਾਰਸ ਨੂੰ ਛੋਕ ਕੇ ਉਹ ਲੋਹਾ ਵੀ ਸੋਹਣਾ ਹੋ ਜਾਂਦਾ ਹੈ, ਇਸ ਤਰ੍ਹਾਂ ਸੰਗਤ ਦੀ ਬਰਕਤ ਦੇ ਨਾਲ ਅਸੀਂ ਜੋ ਮਹਾਨ ਬਣ ਸਕਦੇ ਹਾਂ, ਸੋਹਣੇ ਵਰਗੇ ਬਣ ਸਕਦੇ ਹਾਂ, ਪਵਿੱਤਰ ਹੋ ਸਕਦੇ ਹਾਂ, ਜਦੋਂ ਗੁਰੂ ਕੋਲ ਆ ਕੇ ਅਸੀਂ ਅਕਲ ਲੈ ਲਵਾਂਗੇ। ਫਿਰ ਅੱਗੇ ਵਚਨ ਕਰਦੇ ਨੇ ਸਾਕਤ ਸੁਹਾਨ ਸਭ ਕਰੇ ਕਰਾਇਆ। ਆਖਣ ਲੱਗੇ ਕੁੱਤਾ ਅਤੇ ਸਾਕਤ ਜੋ ਕੁਛ ਕਰਦਾ ਹੈ, ਕਹਿੰਦੇ ਇਹ ਪ੍ਰੇਰਿਆ ਹੋਇਆ ਹੀ ਕਰਦਾ ਹੈ।
ਪਾਓ ਕਿ ਪਿਛਲੇ ਕੀਤੇ ਕਰਮਾਂ ਅਨੁਸਾਰ ਜੋ ਕੁਛ ਮੁੱਢ ਤੋਂ ਇਹਦੇ ਮੱਥੇ ਉੱਤੇ ਲਿਖਿਆ ਗਿਆ, ਜੋ ਕੁਛ ਇਹ ਕਰਦਾ ਆ ਰਿਹਾ, ਜੋ ਅਸੀਂ ਕਰਦੇ ਆ ਰਹੇ ਨਾ, ਉਹ ਸਾਡੀ ਆਦਤ ਬਣ ਜਾਂਦੀ ਹੈ, ਉਹ ਸਾਡੇ ਸੰਸਕਾਰ ਬਣ ਜਾਂਦੇ ਹਨ। ਉਹਨਾਂ ਆਦਤਾਂ ਨੂੰ ਛੱਡਣਾ, ਸੰਸਕਾਰਾਂ ਨੂੰ ਤਿਆਗਣਾ, ਇਹ ਸੌਖਾ ਕੰਮ ਨਹੀਂ ਹੈ। ਔਰ ਜੋ ਕੁਛ ਮਿਲਦਾ ਹੈ ਸਾਡੇ ਪਿਛਲੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਉਹ ਘਾੜਤ ਕਢੀ ਜਾਂਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਸਾਕਤ ਸੁਆਨ ਸਭ ਕਰੇ ਕਰਾਇਆ, ਜੋ ਤੁਰ ਲਿਖਿਆ ਸੋ ਕਰਮ ਕਮਾਇਆ। ਆਖਣ ਕੁੱਤਾ ਅਤੇ ਸਵਾਨ, ਸਵਾਨ ਅਤੇ ਸਾਕਤ, ਇਹ ਜੋ ਕੁਛ ਕਰਦਾ ਉਹ ਪ੍ਰੇਰਿਆ ਹੋਇਆ ਕਰਦਾ ਹੈ। ਪਿਛਲੇ ਕੀਤੇ ਕਰਮਾਂ ਅਨੁਸਾਰ ਜੋ ਕੁਛ ਮੁੱਢ ਤੋਂ ਇਸਦੇ ਮੱਥੇ ਉੱਤੇ ਲਿਖਿਆ, ਪਾਓ ਜੋ ਸੰਸਕਾਰ ਇਸਦੇ ਮਨ ਵਿੱਚ ਬਣ ਚੁੱਕੇ ਹਨ। ਕਿਉਂਕਿ ਜੋ ਅਸੀਂ ਕਰਮ ਕਰਦੇ ਹਾਂ ਉਹ ਸਾਡੇ ਸੰਸਕਾਰ ਬਣ ਜਾਂਦੇ ਹਨ। ਮਨ ਵਿੱਚ ਜੋ ਸੰਸਕਾਰ ਲਿਖੇ ਗਏ, ਯਾਦ ਰੱਖਿਓ, ਉਸੇ ਤਰ੍ਹਾਂ ਹੀ ਹੁਣ ਕਰੀ ਜਾਂਦਾ ਹੈ। ਜਿਸ ਤਰ੍ਹਾਂ ਦੇ ਸੰਸਕਾਰ ਬਣੇ ਨੇ ਅਸੀਂ ਉਸ ਤਰ੍ਹਾਂ ਹੀ ਕਰੀ ਜਾਂਦੇ ਹਾਂ। ਸੰਸਕਾਰਾਂ ਨੂੰ ਚੇਂਜ ਨਹੀਂ ਕਰਦੇ। ਸੰਸਕਾਰ ਤਾਂ ਚੇਂਜ ਗੁਰੂ ਦੀ ਸੰਗਤ ਵਿੱਚ ਹੋ ਸਕਦੇ ਨੇ, ਗੁਰੂ ਕੋਲ ਪ੍ਰਣ ਕਰਨ ਦੇ ਨਾਲ ਹੋ ਸਕਦੇ ਨੇ, ਆਪਣਾ ਸਾਗਤਪਨ ਛੱਡਣ ਦੇ ਨਾਲ ਹੋ ਸਕਦਾ ਹੈ। ਪਰ ਜਿਸ ਨੇ ਕੁੱਤੇ ਵਾਲੀ ਆਦਤ ਨਹੀਂ ਛੱਡਣੀ, ਜਿਵੇਂ ਕਿ ਸਵਾਨ ਦੀ ਜਿਹੜੀ ਪੂੰਛ ਹੈ ਨਾ, ਉਸ ਪੁੱਛੜ ਨੂੰ ਤੁਸੀਂ 12 ਸਾਲ ਨਲਕੀ ਵਿੱਚ ਪਾਈਪ 'ਚ ਪਾ ਕੇ ਰੱਖ ਦਿਓ, ਸਿੱਧੀ ਨਹੀਂ ਹੁੰਦੀ। ਇਸ ਤਰ੍ਹਾਂ ਸਾਕਤ ਮਨੁੱਖ ਦੀਆਂ ਆਦਤਾਂ ਵੀ ਸਿੱਧੀਆਂ ਨਹੀਂ ਹੁੰਦੀਆਂ। ਸਤਿਗੁਰੂ ਜੀ ਕਹਿ ਰਹੇ ਨੇ, ਕਬੀਰ ਸਾਹਿਬ ਕਹਿ ਰਹੇ ਨੇ, ਕਿਉਂਕਿ ਜੋ ਸੰਸਕਾਰ ਇਸ ਮਨ ਵਿੱਚ ਬਣ ਚੁੱਕੇ ਹਨ ਨਾ, ਉਸੇ ਤਰ੍ਹਾਂ ਹੀ ਹੁਣ ਅਸੀਂ ਕਰੀ ਜਾਂਦੇ ਹਾਂ। ਇਸ ਕਰਕੇ ਕੀ ਕਹਿ ਰਹੇ ਨੇ ਕਬੀਰ ਸਾਹਿਬ? ਕਹਿੰਦੇ ਨੇ ਸਾਕਤ ਸੁਆਨ ਸਭ ਕਰੇ ਕਰਾਇਆ, ਜੋ ਤੁਰ ਲਿਖਿਆ ਸੋ ਕਰਮ ਕਮਾਇਆ। ਤੁਰ ਤੋਂ ਪਾਓ ਕਿ ਪਿਛਲੇ ਕੀਤੇ ਹੋਏ ਕਰਮਾਂ ਅਨੁਸਾਰ, ਪਿਛਲੇ ਕੀਤੇ ਕਰਮਾਂ ਨੇ ਜੋ ਕੁਛ ਮੁੱਢ ਵਜਿਆ, ਪਾਓ ਕਿ ਜੋ ਪਿਛਲੇ ਕਰਮ ਮੁੱਢ ਤੋਂ ਅਸੀਂ ਕਰਦੇ ਆ ਰਹੇ ਹਾਂ, ਜਨਮ ਤੋਂ ਲੈ ਕੇ ਜੋ ਕਰਮ ਕਰਦੇ ਆ ਰਹੇ ਹਾਂ। ਕੁਛ ਚੀਜ਼ਾਂ ਤਾਂ ਵਿਦਵਾਨ ਲੋਕ, ਭਗਤ ਜਨ ਇਹ ਵੀ ਮੰਨਦੇ ਨੇ ਕਿ ਮਾਤਾ ਦੇ ਗਰਭ ਤੋਂ ਹੀ ਸਾਡੇ ਸੰਸਕਾਰ ਬਣਨੇ ਸ਼ੁਰੂ ਹੋ ਜਾਂਦੇ ਹਨ। ਉਹਨਾਂ ਦਾ ਵੀ ਅਸਰ ਹੁੰਦਾ ਹੈ, ਉਹ ਸਾਡਾ ਮੁੱਢ ਵੱਜਦਾ ਹੈ। ਔਰ ਇਸ ਗੱਲ ਨੂੰ ਤੁਸੀਂ ਅਨੁਭਵ ਕਰ ਸਕਦੇ ਹੋ ਕਿ ਅਜੋਕਾ ਜਿਹੜਾ ਵੀ ਬੱਚਾ ਜੰਮਦਾ ਹੈ, ਮੋਬਾਈਲ ਦੀ ਇਤਨੀ ਨੌਲੇਜ ਉਸਨੂੰ ਹੈ, ਇਤਨੀ ਸਾਨੂੰ ਵੱਡਿਆਂ ਨੂੰ ਨਹੀਂ ਹੈ। ਉਹ ਸੰਸਕਾਰ ਕਿੱਥੋਂ ਮਿਲਦਾ ਇਹਨਾਂ ਨੂੰ? ਕਿਉਂਕਿ ਮਾਂ ਪਿਓ ਹਰ ਵੇਲੇ ਤਾਂ ਮੋਬਾਈਲ ਹੱਥ 'ਚ ਰੱਖਦੇ ਨੇ। ਮਾਂ ਕਦੀ ਛੱਡਣ ਵਾਸਤੇ ਤਿਆਰ ਨਹੀਂ, ਗੁਸਤਾਖੀ ਮਾਫ਼ ਕਰਨਾ। ਹੁਣ ਉਹ ਜੋ ਕੁਛ ਕਰ ਰਹੀ ਹੈ, ਉਹਦੀ ਜਿਹੜੇ ਸੰਸਕਾਰ ਨੇ ਉਸ ਬੱਚੇ ਦੇ ਅੰਦਰ ਜਾ ਰਹੇ ਨੇ। ਜੇ ਕਿਸੇ ਨੂੰ ਇਹ ਗੱਲ ਇੱਕ ਸੱਸ ਕਵੇ ਨਾ ਤੇ ਨੂੰਹ ਟੁੱਟ ਕੇ ਪੈਂਦੀ, ਤੂੰ ਕੌਣ ਹੁੰਦੀ ਕਹਿਣ ਵਾਲੀ ਮੈਨੂੰ? ਤੂੰ ਮੈਨੂੰ ਕੀ ਸਮਝਾਉਂਦੀ ਹੈ? ਇੱਕ ਮਾਂ ਨਹੀਂ ਤੈਨੂੰ ਕਹੇ ਤੂੰ ਕੀ ਕਰ ਰਹੀ ਹੈ? ਤੂੰ ਤੇ ਆਪ ਮੋਬਾਈਲ ਰੱਖਿਆ ਹੋਇਆ ਹੈ। ਅਜੋਕੇ ਸਮਾਜ ਵਿੱਚ ਚੰਗੀਆਂ ਆਦਤਾਂ ਬਣਾਉਣੀਆਂ, ਚੰਗੇ ਸੰਸਕਾਰ ਘੜਨੇ ਬੜਾ ਔਖਾ ਹੈ। ਕਬੀਰ ਸਾਹਿਬ ਕਿਉਂ ਵਾਰ-ਵਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਨੇ? ਵਾਰ-ਵਾਰ ਸਾਕਤ ਕਹਿ ਕੇ ਸੰਬੋਧਨ ਕਰ ਰਹੇ ਨੇ ਸ਼ਬਦ ਵਿੱਚ। ਮੈਂ ਇਹਨੂੰ ਸੋਚ ਰਿਹਾ ਸੀ ਵੀ ਵਾਰ-ਵਾਰ ਤੁਸੀਂ ਗੱਲ ਦੇ ਉੱਤੇ ਕਬੀਰ ਸਾਹਿਬ ਜੀ ਜ਼ੋਰ ਦੇ ਕੇ ਗੱਲ ਕਰ ਰਹੇ ਹੋ। ਇਹ ਕਿਤੇ ਨਾ ਕਿਤੇ ਕਿਸੇ ਹੱਦ ਤੱਕ ਸੱਚ ਹੈ ਕਿ ਅਸੀਂ ਇਸ ਗੱਲ ਨੂੰ ਸਮਝਣ ਵਾਸਤੇ ਤਿਆਰ ਨਹੀਂ। ਸਾਨੂੰ ਸਮਝ ਕਦੋਂ ਆਉਂਦੀ ਹੈ? ਜਦੋਂ ਇੱਕ ਨੂੰਹ ਸੱਸ ਬਣ ਜਾਂਦੀ ਹੈ, ਉਦੋਂ ਜਾ ਕੇ ਇਹ ਅਹਿਸਾਸ ਹੁੰਦਾ ਹੈ ਵੀ ਸੱਸ ਠੀਕ ਕਹਿੰਦੀ ਸੀ। ਉਸ ਤੋਂ ਪਹਿਲਾਂ ਅਹਿਸਾਸ ਨਹੀਂ ਹੁੰਦਾ। ਇਹ ਤੇ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ। ਜਦ ਤੱਕ ਵਾਹ ਨਹੀਂ ਪੈਂਦਾ, ਜਦ ਤੱਕ ਰਾਹ 'ਤੇ ਨਹੀਂ ਪੈਂਦੇ, ਉਦੋਂ ਤੱਕ ਗੱਲ ਸਮਝ ਨਹੀਂ ਆਉਂਦੀ। ਜਦੋਂ ਸਿਰ 'ਤੇ ਪੈਂਦੀ ਉਦੋਂ ਪਤਾ ਲੱਗਦਾ ਵੀ ਹਾਂ ਇਹ ਗੱਲ ਠੀਕ ਸੀ, ਸੱਤ ਸੀ, ਉਹ ਜੋ ਕਹਿੰਦੇ ਸੀ ਠੀਕ ਸੀ ਸਾਡੇ ਵਾਸਤੇ। ਪਰ ਉਸ ਵੇਲੇ ਤਾਂ ਸਮਾਂ ਨਿਕਲ ਚੁੱਕਿਆ ਹੁੰਦਾ, ਸੰਸਕਾਰ ਪੱਕ ਚੁੱਕੇ ਹੁੰਦੇ ਹੈ। ਉਹ ਗਲਤੀਆਂ ਦੀ ਜਿਹੜੀ ਸਜ਼ਾ ਦੇ ਹੱਕਦਾਰ ਹੋ ਚੁੱਕੇ ਹੁੰਦੇ ਅਸੀਂ। ਕਿਉਂਕਿ ਜਿਹੜੇ ਸੰਸਕਾਰ ਉਕਰਦੇ ਨੇ, ਜਿਹੜੀਆਂ ਆਦਤਾਂ ਬਣਦੀਆਂ ਨੇ, ਉਹੀ ਸਾਡੇ ਮੱਥੇ ਦੇ ਲੇਖ ਨੇ। ਅਸੀਂ ਕਹਿੰਦੇ ਸਾਡੇ ਮੱਥੇ ਦੇ ਲੇਖ ਹੀ ਮਾੜੇ ਲਿਖੇ ਜੀ। ਕਿੰਨੇ ਲਿਖੇ? ਸਾਡੇ ਕਰਮਾਂ ਨੇ, ਸਾਡੇ ਸੁਭਾਅ ਨੇ। ਕਿਉਂਕਿ ਅਸੀਂ ਜਿਸ ਤਰ੍ਹਾਂ
ਪਿਛਲੇ ਕੀਤੇ ਕਰਮ ਕਰਦੇ ਆ ਰਹੇ ਸਨ, ਉਹ ਕਰਮ ਪੱਕੇ ਹੁੰਦੇ ਚਲੇ ਗਏ, ਉਹ ਸੰਸਕਾਰ ਮਨ ਦੇ ਵਿੱਚ ਪੱਕਦੇ ਚਲੇ ਗਏ, ਉਹ ਆਦਤਾਂ ਬਣਦੀਆਂ ਚਲੀ ਗਈਆਂ। ਉਹਨਾਂ ਆਦਤਾਂ ਕਰਕੇ ਹੀ ਅਸੀਂ ਦੇਖਦੇ ਹਾਂ ਕਿ ਕਿਤਨੇ ਲੋਕਾਂ ਦੀ ਆਪਸੀ ਜਿਹੜੀ ਹੈ ਉਹ ਲੜਾਈ, ਆਪਸੀ ਝਗੜੇ ਉਹ ਹੁੰਦੇ ਨੇ, ਕਿਉਂਕਿ ਆਪਸ ਵਿੱਚ ਵਿਚਾਰਾਂ ਨਹੀਂ ਮਿਲਦੀਆਂ, ਆਦਤਾਂ ਨਹੀਂ ਆਪਸ ਵਿੱਚ ਮਿਲਦੀਆਂ, ਸੰਸਕਾਰ ਨਹੀਂ ਮਿਲਦੇ, ਉੱਥੇ ਲੜਾਈ ਝਗੜੇ ਨੇ। ਪਿਆਰ ਉੱਥੇ ਜਿੱਥੇ ਕਿ ਸੰਸਕਾਰ ਇੱਕ ਹੋ ਜਾਣ, ਆਦਤਾਂ ਇੱਕ ਹੋ ਜਾਣ, ਸੁਭਾਅ ਇੱਕ ਹੋ ਜਾਵੇ। ਪਰ ਇਹ ਬੜਾ ਔਖਾ ਕੰਮ ਹੈ। ਇਸ ਕਰਕੇ ਜਦੋਂ ਅਸੀਂ ਕਹਿੰਦੇ ਸਾਡੇ ਮੱਥੇ ਦੇ ਲੇਖ ਹੀ ਜੀ ਮਾੜੇ ਨੇ, ਸਾਡੇ ਤਾਂ ਪਤਾ ਨਹੀਂ ਹੱਥਾਂ ਦੀ ਲਕੀਰਾਂ ਹੀ ਕਿੱਦਾਂ ਲਿਖ ਦਿੱਤੀਆਂ, ਇਹ ਲਿਖੀਆਂ ਕਿਸੇ ਹੋਰ ਨੇ ਨਹੀਂ। ਭਗਤ ਕਬੀਰ ਸਾਹਿਬ ਕਹਿੰਦੇ ਇਹ ਲਿਖਿਆ ਤੂੰ ਆਪ ਹੀ ਨੇ, ਜੋ ਪਿਛਲੇ ਕੀਤੇ ਹੋਏ ਕਰਮ ਕੀਤੇ ਨੇ ਨਾ ਤੂੰ, ਉਹਨਾਂ ਕਰਮਾਂ ਦੇ ਅਨੁਸਾਰ ਹੀ ਜੋ ਮੁੱਢ ਤੋਂ ਕਰਮ ਕਰਦਾ ਆ ਰਿਹਾ ਤੇਰੇ ਮੱਥੇ ਉੱਤੇ ਲਿਖਿਆ ਜਾ ਰਿਹਾ ਹੈ। ਇਹਦਾ ਅਰਥ ਹੈ ਜੋ ਕਰਮ ਅਸੀਂ ਕਰ ਰਹੇ ਹਾਂ, ਜਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਹਾਂ, ਜਿਸ ਤਰ੍ਹਾਂ ਦੀਆਂ ਆਦਤਾਂ ਨੂੰ ਅਸੀਂ ਬਣਾ ਰਹੇ ਹਾਂ, ਉਹ ਸਭ ਸਾਡੇ ਮੱਥੇ ਦੇ ਉੱਤੇ ਲਿਖੀਆਂ ਜਾ ਰਹੀਆਂ ਹਨ। ਔਰ ਫਿਰ ਅਸੀਂ ਉਸ ਆਦਤਾਂ ਤੋਂ ਮਜਬੂਰ ਹੋਏ ਉਸ ਤਰ੍ਹਾਂ ਦੇ ਕਰਮ ਕਰੀ ਜਾ ਰਹੇ ਹਾਂ। ਰੋਜ਼ ਦੁਖੀ ਹੁੰਦੇ ਹਾਂ, ਰੋਜ਼ ਉਹਨਾਂ ਗੱਲਾਂ ਤੋਂ ਲੜਾਈ ਹੁੰਦੀ ਹੈ, ਫਿਰ ਉਹੀ ਗੱਲਾਂ ਰੋਜ਼ ਚੱਲਦੀਆਂ ਸਾਡੇ ਘਰਾਂ 'ਚ। ਜਿਸ ਗੱਲ ਤੋਂ ਰੋਜ਼ ਝਗੜਾ ਹੋ ਰਿਹਾ ਉਹ ਗੱਲ ਅਸੀਂ ਛੱਡਣ ਵਾਸਤੇ ਤਿਆਰ ਨਹੀਂ। ਜਿਸ ਬੋਲ ਤੋਂ ਸਾਡੇ ਘਰ 'ਚ ਕਲੇਸ਼ ਪੈਦਾ ਹੁੰਦਾ ਹੈ, ਝਗੜਾ ਪੈਦਾ ਹੁੰਦਾ ਹੈ, ਪਰ ਉਸ ਬੋਲ ਨੂੰ ਅਸੀਂ ਚੇਂਜ ਕਰਨ ਵਾਸਤੇ ਤਿਆਰ ਨਹੀਂ। ਜੂੰ ਦੇ ਤੂੰ ਆ, ਬਿਲਕੁਲ ਵੀ ਆਪਣੇ ਆਪ ਨੂੰ ਚੇਂਜ ਕਰਨ ਵਾਸਤੇ ਤਿਆਰ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਦੇ ਵਿੱਚ ਜਿਹੜੀ ਗੱਲਾਂ ਸਾਡੇ ਸਮਕਸ਼ ਰੱਖੀਆਂ ਬੜੇ ਕਮਾਲ ਦੀਆਂ ਨੇ। ਲਾਸਟ ਪੰਕਤੀਆਂ 'ਚ ਕਹਿ ਰਹੇ ਨੇ, ਅੰਮ੍ਰਿਤ ਲੈ ਲੈ ਨੀਮ ਨੀਮ ਸਿੰਚਾਈ। ਨੀਮ ਦਾ ਰੁੱਖ, ਨੀਮ ਦਾ ਬੂਟਾ। ਕਹਿੰਦੇ ਕਬੀਰ ਸਾਹਿਬ ਜੋ ਅੰਮ੍ਰਿਤ ਭਾਓ ਮਿਠਾਸ ਵਾਲਾ ਜਲ ਲੈ ਲੈ ਕੇ ਨਿੰਬ ਦੇ ਬੂਟੇ ਨੂੰ ਮੁੜ ਮੁੜ ਸਿੰਜੀਏ, ਆਓ ਕਿ ਉਸ ਬੂਟੇ ਦੀ ਜੜ ਵਿੱਚ ਪਾਈਏ ਨਿੰਮ ਦੇ, ਕਿ ਨਿੰਬ ਨੇ ਉਸ ਮਿੱਠੇ ਜਲ ਤੋਂ ਖੁਰਾਕ ਲੈ ਕੇ ਕਿ ਆਪਣੇ ਅੰਦਰ ਮਿਠਾਸ ਪੈਦਾ ਕਰ ਲੈਣੀ ਹੈ। ਕਬੀਰ ਸਾਹਿਬ ਕਹਿੰਦੇ ਨਹੀਂ, ਕਹਿੰਦੇ ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਉਹਾਂ ਕੋ ਸਹਿਜ ਨਾ ਜਾਈ। ਭਗਤ ਕਬੀਰ ਸਾਹਿਬ ਜੀ ਆਖ ਰਹੇ ਨੇ, ਕਹਿੰਦੇ ਹੇ ਭਾਈ, ਕਹਿੰਦੇ ਨੇ ਉਸ ਦੇ ਬੂਟੇ ਦਾ ਜਿਹੜਾ ਜ਼ਮਾਂਦਰੂ ਕੁੜਤਣ ਵਾਲਾ ਸੁਭਾਅ ਹੈ ਉਹ ਦੂਰ ਨਹੀਂ ਹੋ ਸਕਦਾ। ਇੱਥੇ ਸਹਿਜ ਦਾ ਅਰਥ ਹੈ ਉਹਾਂ ਕੋ ਦਾ ਅਰਥ ਹੈ ਉਸ ਬੂਟੇ ਦਾ, ਉਹਾਂ ਕੋ ਉਸ ਨਿੰਬ ਦੇ ਬੂਟੇ ਦਾ, ਸਹਿਜ ਦਾ ਅਰਥ ਹੈ ਜਮਾਂਦਰੂ ਸੁਭਾਅ ਨਾ ਜਾਈ, ਉਹ ਜਮਾਂਦਰੂ ਸੁਭਾਅ ਦੂਰ ਨਹੀਂ ਹੋ ਸਕਦਾ। ਭਾਵੇਂ ਕੋਈ ਉਸਦੇ ਅੰਦਰ ਮਿਠਾਸ ਪਾਵੇ, ਉਹਦੇ ਅੰਦਰ ਚੀਨੀ ਘੋਲ ਕੇ ਪਾ ਦੇ, ਮਿੱਠਾ ਘੋਲ ਕੇ ਪਾ ਦੇਵੇ, ਜੋ ਮਰਜ਼ੀ ਕਰੇ, ਪਰ ਉਸ ਨਿੰਬ ਦਾ ਜੋ ਕੁੜਤਣ ਵਾਲਾ ਜਮਾਂਦਰੂ ਸੁਭਾਅ ਹੈ ਨਾ ਉਹ ਬਦਲਦਾ ਨਹੀਂ ਹੈ। ਇਸ ਤਰ੍ਹਾਂ ਬੰਦੇ ਜੇ ਤੂੰ ਇਹ ਆਦਤਾਂ ਬਣਾ ਲਈਆਂ ਨੇ ਤਾਂ ਤੇਰੇ ਸੁਭਾਅ ਨੂੰ ਬਦਲਣਾ ਬੜਾ ਮੁਸ਼ਕਿਲ ਹੈ। ਔਰ ਇੱਕ ਵਾਰੀ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਗੱਲ ਆਖੀ, ਸੱਚੇ ਪਾਤਸ਼ਾਹ ਤੁਸੀਂ ਵੀ ਇਹ ਗੱਲ ਕਹਿੰਦੇ ਹੋ ਕਿ ਬੰਦੇ ਦਾ ਸੁਭਾਅ ਨਹੀਂ ਬਦਲਿਆ ਜਾ ਸਕਦਾ, ਨਹੀਂ ਬਦਲਿਆ ਜਾ ਸਕਦਾ। ਭਾਈ ਮਰਦਾਨਾ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਤੁਹਾਡੀ ਸੰਗਤ ਕਰੇ, ਤੁਹਾਡੇ ਕੋਲ ਬੈਠੇ ਤੇ ਫਿਰ ਤਾਂ ਬੰਦੇ ਦਾ ਸੁਭਾਅ ਚੇਂਜ ਹੋ ਸਕਦਾ ਹੈ ਨਾ। ਮਹਾਰਾਜ ਨੇ ਕਿਹਾ ਭਾਈ ਮਰਦਾਨਾ ਜੀ ਨਹੀਂ। ਸ੍ਰੀ ਰਾਗ ਦੇ ਵਿੱਚ ਬਾਬਾ ਨਾਨਕ ਨੇ ਸ਼ਬਦ ਸੁਣਾਇਆ, ਭਾਈ ਮਰਦਾਨੇ ਨੂੰ ਕਿਹਾ ਦੇਖ ਇੱਕ ਗੱਲ ਮੈਂ ਤੈਨੂੰ ਦੱਸ ਦਿੰਦਾ ਹਾਂ, ਦਾਦਰ ਤੂੰ ਕਵੈ ਨ ਜਾਨਸ ਰੇ, ਭਕਸ ਸਿਵਾਲ ਵਸਸ ਨਿਰਮਲ ਜਲ, ਅੰਮ੍ਰਿਤ ਨਾ ਲਖਸ ਰੇ। ਡੱਡੂ ਨਹੀਂ ਜਾਣਦਾ ਜਿਸ ਚਿੱਕੜ ਦੇ ਅੰਦਰ ਕਮਲ ਦਾ ਫੁੱਲ ਖਿਲਿਆ ਹੋਇਆ, ਉਸ ਦੇ ਵਿੱਚ ਕਾਈ ਖਾਂਦਾ, ਪਰ ਕਦੀ ਵੀ ਉਸ ਕਮਲ ਫੁੱਲ ਦੀ ਸੁਗੰਧੀ ਜਿਵੇਂ ਭਵਰਾ ਲੈਂਦਾ ਡੱਡੂ ਨਹੀਂ ਲੈਂਦਾ। ਗੁਰੂ ਸਾਹਿਬ ਨੇ ਉਸ ਸ਼ਬਦ ਨੂੰ ਕਿਤੇ ਪੜ੍ਹ ਕੇ ਵੇਖਣਾ, ਹੁਣ ਸਮਾਂ ਹੋ ਗਿਆ ਸਮਾਪਤੀ ਕਰਨੀ ਹੈ। ਉਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਚਿੱਚੜ ਦੀ ਉਦਾਹਰਨ ਦਿੱਤੀ। ਕਹਿੰਦੇ ਦੇਖ ਗਊ ਦੇ ਥਣਾ ਕੋਲ ਚਿੱਚੜ ਹੁੰਦਾ, ਵੱਛਾ ਦੂਰੋਂ ਚੱਲ ਕੇ ਆਉਂਦਾ, ਦੁੱਧ ਪੀ ਜਾਂਦਾ, ਪਰ ਉਸ ਚਿੱਚੜ ਨੇ ਥਣਾ ਦੇ ਵਿੱਚ ਅੰਮ੍ਰਿਤ ਦਾ ਸੋਮਾ ਦੁੱਧ ਹੈ, ਪਰ ਉੱਥੋਂ ਵੀ ਖੂਨ ਹੀ ਪੀਣਾ। ਕੋਈ ਬੰਦਾ ਕਹਿੰਦੇ ਨੇ
ਜਿਹੜਾ ਕਿ ਕੋੜਾ ਤੁੰਬਾ ਹੁੰਦਾ ਹੈ ਉਹਦੇ ਵਿੱਚ ਕੋਈ ਖੰਡ ਘੋਲ ਕੇ ਪਾ ਦੇਵੇ ਭਾਈ ਮਰਦਾਨਾ ਜੀ, ਪਰ ਉਹ ਆਪਣਾ ਸੁਭਾਅ ਕੁੜੱਤਣ ਵਾਲਾ ਨਹੀਂ ਛੱਡਦਾ। ਬਹੁਤ ਸਾਰੀਆਂ ਉਦਾਹਰਨਾਂ ਉਸ ਸ਼ਬਦ ਵਿੱਚ ਦੇ ਰੱਖੀਆਂ ਗੁਰੂ ਨਾਨਕ ਪਾਤਸ਼ਾਹ ਨੇ। ਔਰ ਭਾਈ ਮਰਦਾਨੇ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਜਿਹੜਾ ਸਾਕਤ ਮਨੁੱਖ ਹੈ ਉਹ ਆਪਣਾ ਸੁਭਾਅ ਚੇਂਜ ਨਹੀਂ ਕਰਦਾ। ਇੱਥੇ ਕਬੀਰ ਸਾਹਿਬ ਵੀ ਇਹ ਗੱਲ ਕਹਿ ਰਹੇ ਨੇ, ਜਦੋਂ ਮੈਂ ਇਹਨਾਂ ਦੋਨਾਂ ਸ਼ਬਦਾਂ ਨੂੰ ਨੇੜੇ ਹੋ ਕੇ ਰੱਖ ਕੇ ਸਾਹਮਣੇ ਦੇਖਦਾ ਤੇ ਇਸ ਤਰ੍ਹਾਂ ਦੀ ਵਿਚਾਰ ਇਸ ਸ਼ਬਦ ਵਿੱਚ ਵੀ ਹੈ, ਜਿਹੜੀ ਗੱਲ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਖੀ ਸੀ। ਭਾਈ ਮਰਦਾਨਾ ਫਿਰ ਕਹਿਣ ਲੱਗੇ, ਮਹਾਰਾਜ ਤੁਹਾਡੀ ਸੰਗਤ ਹੋਵੇ, ਤੁਹਾਡੇ ਕੋਲ ਬਹਿੰਦਾ ਹੋਵੇ, ਫਿਰ ਕਿਉਂ ਨਹੀਂ ਚੇਂਜ ਹੋ ਸਕਦਾ? ਮਹਾਰਾਜ ਕਹਿੰਦੇ ਡੱਡੂ ਨੂੰ ਨਹੀਂ ਚੇਂਜ ਕੀਤਾ ਜਾ ਸਕਦਾ। ਉਸਨੇ ਤਾਂ ਉਸ ਸਰੋਵਰ ਵਿੱਚ ਰਹਿ ਕੇ ਕਾਈ ਹੀ ਖਾਣੀ ਹੈ। ਜਿਹੜਾ ਸਾਕਤ ਮਨੁੱਖ ਹੈ, ਮਨਮੁਖ ਇਨਸਾਨ ਹੈ, ਉਹ ਤਾਂ ਗੁਰਦੁਆਰੇ ਵੀ ਆ ਜਾਏ, ਮਾਫ਼ ਕਰਨਾ, ਉੱਥੇ ਇੱਥੇ ਖਾਮੀਆਂ ਦੇਖਣੀਆਂ ਨੇ, ਚੰਗਿਆਈ ਨਹੀਂ ਦੇਖਣੀ ਕੋਈ। ਉਸਨੇ ਇੱਥੇ ਵੀ ਆ ਕੇ ਕਹਿਣਾ ਹੈ ਇਹ ਪੱਖੇ ਨੂੰ ਮੈਲ ਲੱਗੀ ਹੈ, ਇਹ ਚੀਜ਼ ਇੱਦਾਂ ਨਹੀਂ ਇੱਦਾਂ ਰੱਖਣੀ ਚਾਹੀਦੀ ਸੀ, ਇਹ ਕੰਮ ਇੱਦਾਂ ਨਹੀਂ ਇੱਦਾਂ ਹੋਣਾ ਚਾਹੀਦਾ। ਉਹਨੇ ਜੋ ਕੁਛ ਚੰਗਾ ਇਹ ਨਹੀਂ ਕਹਿਣਾ ਇਹ ਚੰਗਾ ਹੋ ਰਿਹਾ ਇੱਥੇ, ਉਹਨੇ ਉਹੀ ਲੱਭਣਾ ਇੱਥੇ ਜੋ ਕੁਛ ਉਹਨੂੰ ਲੱਗਦਾ ਵੀ ਇਹ ਸਹੀ ਨਹੀਂ ਹੋ ਰਿਹਾ, ਕਿਉਂਕਿ ਉਹਦਾ ਸੁਭਾਅ ਬਣ ਚੁੱਕਿਆ। ਉਸਨੇ ਚੰਗਿਆਈ ਨਹੀਂ, ਉਸਦੇ ਹਰ ਥਾਂ 'ਤੇ ਬੁਰਾਈ ਹੀ ਲੱਭਣੀ ਹੈ। ਇਸ ਕਰਕੇ ਭਾਈ ਗੁਰਸਿੱਖੋ ਇੱਥੇ ਇਹ ਗੱਲ ਸਮਝਾਉਣਾ ਚਾਹੁੰਦੇ ਨੇ, ਹਰੇਕ ਮਨੁੱਖ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਪੁਰਾਣੀਆਂ ਲੀਹਾਂ ਦੇ ਵਿੱਚ ਤੁਰਿਆ ਜਾ ਰਿਹਾ ਹੈ। ਸੋ ਕਿਸੇ ਨੂੰ ਦਿੱਤੀ ਹੋਈ ਸਿੱਖਿਆ ਕੋਈ ਕਾਟ ਨਹੀਂ ਕਰਦੀ, ਪਰ ਜੇ ਵਿਕਾਰੀ ਬੰਦੇ ਕਿਸੇ ਸਬਬ ਨਾਲ ਸਤ ਸੰਗਤ ਵਿੱਚ ਆ ਜਾਏ, ਉਹ ਸਹਿਜੇ ਸਹਿਜੇ ਨਵੀਂ ਕਸਰ ਲੱਗਣ ਨਾਲ ਪੁਰਾਣੇ ਮੰਦੇ ਜਿਹੜੇ ਸੰਸਕਾਰ ਨੇ ਉਹ ਮਿਟਣੇ ਸ਼ੁਰੂ ਹੋ ਜਾਂਦੇ ਨੇ ਅਤੇ ਆਖਰ ਮਨੁੱਖ ਸੁੱਧ ਸੋਹਣਾ ਬਣ ਜਾਂਦਾ ਜੇ ਕਿਤੇ ਉਹ ਗੁਰੂ ਕੋਲ ਆ ਜਾਏ। ਸਾਡੇ ਤੁਹਾਡੇ ਕੋਲੋਂ ਤਾਂ ਚੇਂਜ ਨਹੀਂ ਹੋ ਸਕਦਾ, ਪਰ ਗੁਰੂ ਸਾਹਿਬ ਦੀ ਸੰਗਤ ਵਿੱਚੋਂ ਉਹ ਤਾਕਤ ਹੈ ਕਿ ਉਸ ਬੰਦੇ ਦੇ ਸੰਸਕਾਰਾਂ ਨੂੰ ਗੁਰੂ ਸਾਹਿਬ ਚੇਂਜ ਕਰ ਸਕਦੇ ਹੈ। ਪਰ ਜੇ ਕੋਈ ਇੱਥੇ ਆ ਕੇ ਇਹ ਮੰਨਣ ਵਾਸਤੇ ਤਿਆਰ ਹੋ ਜਾਏ ਕਿ ਸੱਚੇ ਪਾਤਸ਼ਾਹ ਵੀ ਆਪਣੀ ਸੰਗਤ ਦਿਓ ਅਤੇ ਉਹ ਸਬਬ ਬਣ ਜਾਏ, ਕੋਈ ਬੰਦਾ ਤਾਂ ਸਬਬ ਹੀ ਹੈ, ਮਾੜੇ ਤੋਂ ਮਾੜਾ ਬੰਦਾ ਜੇ ਕਦੀ ਕੋਈ ਚੇਂਜ ਹੋਇਆ, ਵੱਡੇ ਵੱਡੇ ਅਸੀਂ ਦੇਖਦੇ ਹਾਂ ਰਾਖਸਸ ਕੋਡੇ ਰਾਖਸਸ ਵਰਗੇ, ਬਲੀ ਗੰਧਾਰੀ ਵਰਗੇ, ਹਮਜਾ ਗੋਂਸ ਵਰਗੇ, ਸੱਜਣ ਠੱਗ ਵਰਗੇ ਜੇ ਚੇਂਜ ਹੋਏ ਅਤੇ ਉਹ ਸਬਬ ਬਣਿਆ ਗੁਰੂ ਕੀ ਸੰਗਤ ਮਿਲੀ ਅਤੇ ਸੰਗਤ ਦੀ ਬਰਕਤ ਦੇ ਨਾਲ ਸਹਿਜੇ ਸਹਿਜੇ ਜਿਹੜੇ ਪੁਰਾਣਾ ਉਹਨਾਂ ਦਾ ਸੁਭਾਅ ਅਤੇ ਸੰਸਕਾਰ ਬਣ ਚੁੱਕਿਆ ਸੀ, ਗੁਰੂ ਕੀ ਸੰਗਤ ਗੁਰੂ ਕੇ ਸ਼ਬਦ ਦੇ ਅਸਰ ਨਾਲ ਉਹਨਾਂ ਨੂੰ ਇੱਕ ਨਵਾਂ ਸੁਭਾਅ ਅਤੇ ਨਵੇਂ ਸੰਸਕਾਰ ਪ੍ਰਾਪਤ ਹੋਏ ਅਤੇ ਉਹ ਸ਼ੁੱਧ ਸੋਨੇ ਵਰਗੇ ਹੋ ਗਏ। ਜਿਵੇਂ ਪਾਰਸ ਦੀ ਸੰਗਤ ਵਿੱਚੋਂ ਲੋਹਾ ਵੀ ਸੋਨੇ ਵਰਗਾ ਹੋ ਸਕਦਾ ਹੈ, ਗੁਰੂ ਦੀ ਸੰਗਤ ਵਿੱਚ ਆ ਕੇ ਇਹ ਗੱਲ ਬਣ ਸਕਦੀ ਹੈ। ਪਰ ਜੇ ਕਿਤੇ ਅਕਾਲ ਪੁਰਖ ਵਾਹਿਗੁਰੂ ਕੋਈ ਸਬਬ ਬਣਾਏ, ਤੁਹਾਡੇ ਮੇਰੇ ਕਹਿਣ ਦੇ ਨਾਲ ਨਹੀਂ, ਵਾਹਿਗੁਰੂ ਕਿਰਪਾ ਕਰੇ। ਇਸ ਕਰਕੇ ਸਤਿਗੁਰੂ ਸਾਰਿਆਂ 'ਤੇ ਤਰਸ ਕਰਨ, ਮਿਹਰ ਦਾ ਹੱਥ ਰੱਖਣ ਕਿ ਅਸੀਂ ਗੁਰੂ ਦੀ ਸੰਗਤ ਵਿੱਚ ਆਈਏ, ਗੁਰੂ ਕੋਲੋਂ ਜੀਵਨ ਜਾਚ ਸਕੀਏ, ਆਪਣੀਆਂ ਜੋ ਮਾੜੀਆਂ ਆਦਤਾਂ ਨੇ ਗੁਰੂ ਦੀ ਪ੍ਰੇਰਨਾ ਸਦਕਾ ਉਹਨਾਂ ਨੂੰ ਛੱਡੀਏ ਔਰ ਚੰਗੀਆਂ ਆਦਤਾਂ ਜੋ ਗੁਰੂ ਸਾਹਿਬ ਆਪਣੇ ਸਿੱਖ ਨੂੰ ਬਖਸ਼ਿਸ਼ ਕਰਨਾ ਚਾਹੁੰਦੇ, ਉਹ ਆਦਤਾਂ ਨੂੰ ਆਪਾਂ ਗ੍ਰਹਿਣ ਕਰਕੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਬਣਾਈਏ, ਆਪਣੇ ਸਮਾਜ ਨੂੰ ਸੋਹਣਾ ਬਣਾਈਏ। ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਗੁਰੂ ਦੇ ਬਚਨਾਂ 'ਤੇ ਪਹਿਰਾ ਦੇਵਾਂਗੇ। ਇਤਨੀਆਂ ਬੇਨਤੀਆਂ ਪ੍ਰਵਾਨ, ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਪਾ ਜਾਣਾ ਜੀ। ਗੁਰੂ ਕੇ ਵਚਨ ਹਿਰਦੇ 'ਚ ਵਸਾਣਾ। ਫਤਿਹ ਦੀ ਸਾਨ ਕਰੋ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।